कि की नौकरियां रिजर्वेशन करके नहीं मिल रही, दूजे वर्ग को, जनरल वर्ग को, बाकी ਜਿਹੜੀਆਂ ਵੀ ਚੀਜ਼ਾਂ ਆਪਾਂ ਗੱਲ ਕਰਦੇ ਤੁਸੀਂ ਪਹਿਲਾਂ ਗੱਲ ਕੀਤੀ, ਜਾਂ ਮਾਮਲੇ ਕੁਝ ਹੋਰ ਨੇ, ਜਾਂ ਕੀ ਰਿਜ਼ਰਵੇਸ਼ਨ ਹੋਣੀ ਨਹੀਂ ਚਾਹੀਦੀ। ਉਹ ਕਹਿੰਦੇ ਨੇ ਮੈਰਿਟ ਹੈ, ਮੈਰਿਟ ਦੇ ਤੌਰ ਤੇ ਜੀ ਹੋਣਾ ਚਾਹੀਦਾ ਸਾਰਾ ਕੁਝ। ਐਸਸੀ ਕੈਟਾਗਰੀ ਜਾਂ ਓਬੀਸੀ ਵਿੱਚ ਕੋਈ ਵੀ ਵਿਅਕਤੀ ਆਈਪੀਐਸ ਅਫਸਰ ਬਣ ਜਾਂਦਾ, ਉਹਨਾਂ ਦੇ ਬੱਚਿਆਂ ਨੂੰ ਅੱਗੇ ਰਿਜ਼ਰਵੇਸ਼ਨ ਨਹੀਂ ਮਿਲਣੀ ਚਾਹੀਦੀ, ਰਾਖਵਾ ਨਹੀਂ ਹੋਣਾ ਚਾਹੀਦਾ। ਬਿਲਕੁਲ, ਉਹ ਕਰੀਮੀ ਲੇਅਰ ਦਾ ਇੱਕ ਕਨਸੈਪਟ ਹੈ, ਦੇਸ਼ 'ਚ ਡਿਬੇਟ ਵੀ ਚੱਲੀ ਕਿ ਇੱਕ ਕਰੀਮੀ ਲੇਅਰ ਪੈਦਾ ਹੋ ਜਾਂਦੀ ਹੈ, ਕਿ ਉਹ ਕਰੀਮੀ ਲੇਅਰ ਜੇ ਉੱਪਰ ਚਲੀ ਗਈ, ਜੇ ਉਹਦੇ ਮੁਤਾਬਕ ਉੱਥੇ ਤੱਕ ਪਹੁੰਚ ਗਈ ਹੈ, ਤਾਂ ਨਵੇਂ ਬੰਦਿਆਂ ਨੂੰ ਕਰੀਮੀ ਲੇਅਰ 'ਚ ਲਿਆਓ, ਨਾ ਕਿ ਉਹੀ ਕਰੀਮੀ ਲੇਅਰ ਦੇ ਸਾਰਾ ਕੁਝ ਚੱਲਦਾ ਰਹੇ, ਕਿਉਂਕਿ ਉਹਦੀਆਂ ਰਿਸ਼ਤੇਦਾਰੀਆਂ ਵੀ ਥੋੜ੍ਹੀ ਜਿਹੀ ਅਮੀਰੀ 'ਚ ਚਲੀਆਂ ਜਾਂਦੀਆਂ ਨੇ, ਉਹ ਸਾਰੀਆਂ ਚੀਜ਼ਾਂ ਉੱਥੇ ਚਲੀਆਂ ਜਾਂਦੀਆਂ ਨੇ, ਉਹਦਾ ਦਾਇਰਾ ਤਾਂ ਇੱਕ ਉਸ ਲੈਵਲ 'ਤੇ ਵੱਧ ਜਾਂਦਾ। ਹੁਣ ਰਿਜ਼ਰਵੇਸ਼ਨ ਅਮੀਰ ਲਈ ਹੋਗੀ, ਗਰੀਬ ਲਈ ਤਾਂ ਹੋਈ ਨਹੀਂ। ਜਿਹੜੇ ਕਰੂਸ਼ਲ ਪੋਸਟ, ਮੰਨ ਲਓ PM ਨੀਟ ਦਾ ਇਗਜ਼ਾਮ ਹੈ, ਮੈਡੀਕਲ ਕਾਲਜਾਂ 'ਚ ਜਾਂਦਾ, ਤਾਂ ਮੈਡੀਕਲ ਕਾਲਜਾਂ ਦੇ ਵਿੱਚ ਜਿੰਨੇ ਪ੍ਰਾਈਵੇਟ ਇੰਸਟੀਚਿਊਟ ਨੇ ਜਾਂ ਬਾਕੀ ਗੱਲ ਨੇ, ਉੱਥੇ ਕੋਟਾ ਰੱਖਿਆ ਹੋਇਆ, ਮੈਨੇਜਮੈਂਟ ਕੋਟਾ। ਉਹ ਕੀ ਹੈ ਕਿ ਜੇ ਡਾਲਰਾਂ ਦੇ ਵਿੱਚ ਇੰਨੇ ਪੈਸੇ ਤੁਹਾਡੇ ਕੋਲ ਹੈਗੇ, ਤੁਹਾਡੇ ਬੱਚੇ ਦੇ ਜਿੰਨੇ ਮਰਜ਼ੀ ਨੰਬਰ ਨੇ, ਤੁਹਾਡੀ ਸੁਰੱਖਿਅਤ ਸੀਟ ਹੈ। ਹੁਣ ਪੈਸੇ ਨਾਲ ਰਿਜ਼ਰਵੇਸ਼ਨ ਹੋ ਗਈ ਹੈ, ਉਹ ਤਾਂ ਛੱਡ ਦਿਓ ਦੂਜੀ ਰਿਜ਼ਰਵੇਸ਼ਨ, ਇਹ ਨਵੀਂ ਰਿਜ਼ਰਵੇਸ਼ਨ ਦਾ ਦੌਰ। ਮੈਂ ਕਹਿੰਦਾ ਕਾਰਪੋਰੇਟ ਦਾ ਦੌਰ ਹੈ। ਇੱਥੇ ਕੋਈ ਗਰੀਬ ਅਮੀਰ ਜੇ ਉਹ ਤਾਂ ਰੌਂਦ ਕੇ ਲੰਘਣ ਵਾਲਾ, ਉਹਨਾਂ ਬੰਦਿਆਂ ਨੂੰ ਵੀ ਜਿਹੜੇ ਡੱਲ ਬਲ ਕੇ ਪੈਦਾ ਹੁੰਦੇ ਨੇ, ਜਿਹੜੇ ਲੋਕ ਜਨਰਲ ਕੈਟਾਗਰੀ ਦੇ ਇਹ ਕਹਿ ਰਹੇ ਨੇ ਉਹਨਾਂ ਨੇ ਵੀ ਉਹ ਡੱਲ ਡਾਕਟਰ ਆ ਜਾਂਦਾ, ਘੱਟ ਨੰਬਰ ਵਾਲ ਜਾ ਜਾਂਦਾ ਜਾਂ ਫਲਾਨਾ, ਉਹਨੂੰ ਤਾਂ ਸਿਖਾਇਆ ਜਾ ਸਕਦਾ, ਉਹ ਤਾਂ ਗਰੀਬੀ 'ਚੋਂ ਜੇ ਕੋਈ ਆਉਂਦਾ ਵੀ ਆ ਮੰਨ ਲਓ ਕਿਸੇ ਖਾਸ ਹੱਦ ਤੱਕ। ਪਰ ਜਿਹੜਾ ਅਮੀਰ ਮਾਂ-ਬਾਪ ਦਾ ਬੰਦਾ ਹੁੰਦਾ ਹੈ, ਉਹ ਵਿਗੜ ਕੇ ਉਸ ਰੂਪ 'ਚ ਆਉਂਦਾ ਹੈ, ਉਹਨੂੰ ਸਾਰੀਆਂ ਸਹੂਲਤਾਂ ਮਿਲਣ ਦੇ ਬਾਵਜੂਦ ਜੇ ਉਹ ਕੰਪੀਟ ਨਹੀਂ ਕਰ ਪਾਉਂਦਾ ਤਾਂ ਉਹ ਉਦੋਂ ਨਲਾਇਕ ਹੈ ਨਾ। ਉਹ ਕਿਵੇਂ PMT 'ਚ ਚਲਾ ਜਾਂਦਾ ਵਾਧੂ ਪੈਸੇ ਦੇ ਕੇ, ਕਿ ਉਹਦੇ ਕੋਲ 1 ਕਰੋੜ ਰੁਪਈਆ ਤੇ ਕਰੋੜ ਦੇ ਤਾਂ ਮੇਰੀ ਸੀਟ ਰਿਜ਼ਰਵ ਹੋ। ਇਹ ਕਿਹੜੀ ਰਿਜ਼ਰਵੇਸ਼ਨ? ਇਹ ਖਤਰਨਾਕ ਰਿਜ਼ਰਵੇਸ਼ਨ ਹੈ, ਖਤਰਨਾਕ ਪੈਸੇ ਵਾਲੀ ਕਹਿੰਦੇ ਹੋ ਤੁਸੀਂ। ਪੈਸੇ ਵਾਲੀ, ਇਹਦੀ ਜੇਬ 'ਚ ਪੈਸੇ ਨੇ ਤੇ ਤੁਸੀਂ ਉੱਥੇ ਜਾ ਰਹੇ ਹੋ। ਕਿੰਨੇ ਹੀ ਗਰੀਬ ਬੰਦਿਆਂ ਦੇ ਬੱਚੇ ਉਹ ਮੈਰਿਟ ਲਿਸਟ 'ਚ ਆਉਂਦੇ ਨੇ ਉਸੇ PMT ਦੇ 'ਚ, ਪਰ ਉਹਦੀ ਜੇਬ 'ਚ ਇੰਨੇ ਪੈਸੇ ਨਹੀਂ, 30-30 ਲੱਖ ਰੁਪਇਆ ਜਿੰਨੀਆਂ ਫੀਸਾਂ ਰੱਖੀਆਂ ਨੇ ਤੁਸੀਂ ਕਾਲਜਾਂ ਦੇ ਵਿੱਚ, ਉਹ ਸਰੈਂਡਰ ਕਰਦੇ ਨੇ ਆਪਣੀਆਂ ਸੀਟਾਂ। ਔਰ ਕਈ ਡਾਕਟਰੀ ਦੇ ਵਿੱਚ ਜਾ ਸਕਦੇ ਨੇ, ਕੋਈ ਨਰਸਿੰਗ 'ਚ ਆ ਜਾਂਦਾ, ਕੋਈ ਉਦੋਂ ਹੇਠ ਆ ਜਾਂਦਾ, ਕੋਈ ਉਹਦੇ ਜੋਗਾ ਹੀ ਨਹੀਂ ਹੁੰਦਾ। ਤੁਸੀਂ ਕਿਹੜੇ ਟੈਲੈਂਟ ਤੇ ਕਿਹੜੇ ਮੈਰਿਟ ਦੀ ਗੱਲ ਕਰਦੇ ਹੋ? ਮੈਰਿਟ ਹੁਣ ਪੈਸੇ ਨਾਲ ਜੋੜ ਦਿੱਤੀ ਗਈ ਹੈ। ਫਿਰ ਜਦੋਂ ਇੱਕ ਜਨਰਲ ਕੈਟਾਗਰੀ ਦਾ ਸੋਚਦਾ ਹੋਊਗਾ ਵਿਅਕਤੀ ਵੀ ਆ ਮੈਂ ਪੈਸੇ ਦੇ ਦਿਆਂ, ਵੀ ਉਹ ਪੈਸੇ ਵਿਅਕਤੀ ਨਹੀਂ ਦੇ ਰਿਹਾ, ਫਿਰ ਉੱਥੇ ਜਾ ਕੇ ਵੀ ਕੋਈ ਮਤਭੇਦ ਹੁੰਦਾ ਉਹ ਚੀਜ਼ਾਂ ਵਿੱਚ? ਨਹੀਂ, ਰੌਲਾ ਹੀ ਇਹ ਹੈ ਕਿ ਮਤਭੇਦ ਇੰਨੇ ਕੀ ਹੁੰਦੇ ਨੇ ਨਾ ਫਿਰ, ਕਿ ਇੱਕ ਮਾਈਂਡ ਸੈੱਟ ਬਣ ਜਾਂਦਾ। ਉਹ ਜਿਹੜਾ ਗਰੀਬ ਆਦਮੀ ਆ ਉਹਨੂੰ ਉਹ ਗਰੀਬ ਨਾਲ ਕਿਵੇਂ ਲੜਾਇਆ ਜਾਏ। ਜਦੋਂ ਉਹਨੂੰ ਇਹ ਕਹਿ ਦਿੰਦੇ ਨੇ ਵੀ ਆਹ ਬੰਦਾ ਦੇਖ ਲੈ ਘੱਟ ਪੈਸੇ ਦਿੰਦਾ ਤੇਰੇ ਮੁਕਾਬਲੇ, ਉਹ ਸਾਂਝੀ ਲੜਾਈ ਇਹ ਕਿਉਂ ਨਹੀਂ ਲੜਦੇ ਕਿ ਘੱਟੋ ਘੱਟ ਐਜੂਕੇਸ਼ਨ ਫ੍ਰੀ ਹੋਣੀ ਚਾਹੀਦੀ ਹੈ ਸਾਰਿਆਂ, ਕੋਈ ਵੀ ਕੈਟਾਗਰੀ ਕੋਈ ਵੀ ਕੈਟਾਗਰੀ ਦਾ। ਸਕੂਲ ਐਜੂਕੇਸ਼ਨ ਤਾਂ ਘੱਟੋ ਘੱਟ ਸਟੇਟ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਹੈਲਥ ਘੱਟੋ ਘੱਟ ਫੰਡਾਮੈਂਟਲ ਰਾਈਟ ਹੋਣਾ ਚਾਹੀਦਾ, ਸਭ ਲਈ ਫ੍ਰੀ ਹੋਣਾ ਚਾਹੀਦਾ ਹੈ। ਜੇਕਰ ਮਿਲ ਕੇ ਵੱਡੀ ਲੜਾਈ ਲੜੀ ਜਾਵੇਗੀ ਤਾਂ ਉਹਦਾ ਫਾਇਦਾ ਸਟੇਟ ਦੀ ਜ਼ਿੰਮੇਵਾਰੀ ਕਿਉਂ ਨਹੀਂ ਹੈ ਕਿ ਸਕੂਲ ਐਜੂਕੇਸ਼ਨ ਫ੍ਰੀ ਹੋਵੇ ਟੋਟਲ। ਤੁਸੀਂ ਬਾਹਰ ਭੇਜਣ ਨੂੰ ਕਹਿੰਦੇ ਹੋ ਕਿ ਮੈਂ 10 ਲੱਖ ਰੁਪਈਆ ਬਿਨਾਂ ਵਿਆਜ ਦੇ ਦੂੰਗਾ ਲੈ ਕੇ, ਕੋਈ ਕਹਿੰਦਾ ਸਰਕਾਰੀ ਸਕੂਲਾਂ 'ਚ ਮੁਫਤ ਆਈਲੈਟਸ ਕਰਵਾ ਦੂੰਗਾ, ਤੇ ਇੱਕ ਪਿਛਲੇ 'ਚ ਤੁਸੀਂ ਕੁੜੀਆਂ ਦੇ ਮਾਮਲੇ ਦੇ ਵਿੱਚ ਜਿੱਤ ਕੇ ਆਏ 2017 ਦੇ ਮੈਨੀਫੈਸਟੋ 'ਚ ਅਮਰਿੰਦਰ ਸਿੰਘ ਕਿ PhD ਤੱਕ ਕੁੜੀਆਂ ਦੀ ਫ੍ਰੀ ਐਜੂਕੇਸ਼ਨ ਹੋਏਗੀ, ਉਹ ਵਾਅਦਾ ਕਿੱਥੇ ਨੇ? ਪੰਜਾਬ ਦੇ ਟੋਟਲ ਗੌਰਮੈਂਟ ਕਾਲਜਾਂ ਦੇ ਵਿੱਚ ਫੀਸ ਥੋੜ੍ਹੀ ਹੈ। ਮੰਨ ਇੱਕ ਵੀ ਕਾਲਜ ਇਹੋ ਜਿਹਾ ਹੈ ਜਿੱਥੇ PTA ਨਹੀਂ ਲਿਆ ਜਾਂਦਾ। 500 ਤੋਂ ਲੈ ਕੇ 5000 ਰੁਪਏ ਤੱਕ ਸਾਲਾਨਾ PTA ਫੰਡ ਹੈ। ਕਿਸੇ ਵੀ ਦਲਿਤ ਨੂੰ ਮਾਫ ਕੀਤਾ ਜਾਂਦਾ, ਉਹ ਤੋਂ ਘੱਟ ਲਿਆ ਜਾਂਦਾ। ਕਿਸੇ ਵੀ ਦੂਜੇ ਤੋਂ ਮਾਫ ਕੀਤਾ ਜਾਂਦਾ, ਉਹ ਘੱਟ ਲਿਆ ਜਾਂਦਾ। ਇੱਕ ਵੀ ਕਾਲਜ ਦੱਸ ਦਿਓ ਜਿੱਥੇ ਦਲਿਤ ਤੋਂ ਘੱਟ ਲਿਆ ਜਾਂਦਾ, ਦੂਜੇ ਤੋਂ ਵੱਧ ਲਿਆ ਜਾਂਦਾ। ਔਰ ਜਿੰਨਾ 75% ਸਟਾਫ ਹੈ ਉਹ ਗੈਸਟ ਫੈਕਲਟੀ ਤੇ ਅਡਹੌਕ ਹੈ, ਉਹਨਾਂ ਦੀ 21,600 ਸੈਲਰੀ ਹੈ। ਉਹ 11,600 ਸੈਲਰੀ ਉਹਨਾਂ ਬੰਦਿਆਂ ਦੇ PTA ਫੰਡ 'ਚੋਂ ਦਿੱਤੀ ਜਾਂਦੀ ਹੈ, ਗੌਰਮੈਂਟ ਦੇ ਖਾਤੇ 'ਚੋਂ ਨਹੀਂ ਦਿੱਤੀ ਜਾਂਦੀ। ਉਹ ਆਪਣਾ ਬੋਝ ਖੁਦ ਚੱਕ ਰਹੇ ਨੇ ਗਰੀਬ ਆਦਮੀ ਜਿਹੜੇ ਵੀ ਜਾਂਦੇ ਨੇ। ਅਮੀਰ ਤਾਂ ਹੁਣ ਕਾਲਜ 'ਚ ਜਾਣੋਂ ਘਟ ਗਿਆ ਕਿਉਂਕਿ ਉਹ ਤਾਂ ਆਈਲੈਟਸ ਕਰਕੇ ਬਾਹਰ ਜਾਣਾ ਚਾਹੁੰਦਾ ਹੈ। ਇਹ ਸਾਰੇ ਹੀ ਗਰੀਬ ਨੇ। ਇਹ ਕੁਐਸਚਨ ਕਿਉਂ ਨਹੀਂ ਹੈ ਸਾਂਝਾ ਕੁਐਸਚਨ ਕਿ PTA ਕਿਉਂ ਲਾਇਆ, ਕਿਸ ਕਾਨੂੰਨ ਦੇ ਤਹਿਤ ਲਾਇਆ, ਇਹ ਵਲੰਟਰਲੀ ਹੁੰਦਾ ਹੈ, ਲਾਜ਼ਮੀ ਕਿਵੇਂ ਹੋ ਗਿਆ, ਕਿਹੜੇ ਕਾਨੂੰਨ ਦੇ ਤਹਿਤ ਹੋ ਗਿਆ, ਇਹ ਸਭ ਤੋਂ ਬੜਾ ਕੁਐਸਚਨ ਹੈ। ਤੇ ਉਹ ਤਾਂ ਸਾਡੇ ਕੁਐਸਚਨ 'ਚ ਨਹੀਂ ਆਏਗਾ, ਉਹ ਤਾਂ ਮੂਵਮੈਂਟ ਹੀ ਨਹੀਂ ਬਣੇਗੀ ਉਸ ਮਾਮਲੇ ਦੇ ਉੱਤੇ। ਜੇ ਇਹ ਫਾਰਮੂਲਾ ਲਾਗੂ ਹੋ ਜੇ ਕਿ ਇੱਕੋ ਜਿਹੇ ਸਕੂਲ 'ਚ ਜਾਣਗੇ ਸਭ ਦੇ ਬੱਚੇ, ਤਾਂ ਉਹ ਟੋਟਲ ਸਕੂਲ ਦੀ ਐਜੂਕੇਸ਼ਨ ਕੁਆਲਿਟੀ ਐਜੂਕੇਸ਼ਨ ਬਣ ਜਾਊਗੀ। ਜਦੋਂ ਵੱਡੇ ਬੰਦਿਆਂ ਦੇ ਬੱਚੇ ਜਾਂਦੇ ਨੇ ਤਾਂ ਟੀਚਰ ਵੀ ਪੜ੍ਹਾਉਂਦਾ, ਤਾਂ ਜਵਾਬਦੇਹੀ ਵੀ ਹੁੰਦੀ ਹੈ। ਉਸੇ 'ਚੋਂ ਵੱਡੇ ਬੰਦੇ ਬਣੇ ਨੇ ਪੁਰਾਣੇ ਜ਼ਮਾਨੇ ਦੇ ਵਿੱਚ, ਲੋਕ ਕੋਈ ਨਵੇਂ ਨਹੀਂ ਬਣੇ। ਅਸੀਂ ਉਹ ਬੁਨਿਆਦੀ ਪਹਿਲੂ 'ਤੇ ਗੱਲ ਨਹੀਂ ਕਰਦੇ ਕਿ ਇੱਕੋ ਜਿਹੀ ਐਜੂਕੇਸ਼ਨ ਕਿਉਂ ਨਹੀਂ ਹੈ। ਉਹਦੇ 'ਤੇ ਉਹ ਸਾਰੇ ਲੋਕ ਜਿਹੜੇ ਨੌਕਰੀਆਂ ਦਾ ਲਾਹਾ ਲੈ ਰਹੇ ਨੇ ਜਨਰਲ ਰੂਪ ਦੇ ਵਿੱਚ ਜਾਂ ਕਿਸੇ ਰੂਪ ਦੇ ਵਿੱਚ ਜਾ ਕੇ, ਉਹ ਇਹ ਆਵਾਜ਼ ਨਹੀਂ ਉਠਾਉਣਗੇ ਕਿਉਂਕਿ ਉਹਨੂੰ ਲੱਗਦਾ ਕਿ ਮੇਰੇ ਕੋਲ ਤਾਂ ਉਨੇ ਕੁ ਸਕੂਲ ਨੇ, ਫਿਰ ਤਾਂ ਇਹ ਵੀ ਕੰਪੀਟੀਸ਼ਨ 'ਚ ਆ ਜਾਣਗੇ ਜਿਹੜੇ ਪਛੜੇ ਹੋਏ ਬੰਦੇ ਨੇ, ਐਵੇਂ ਵਾਧੂ ਦੇ ਵੱਧ ਗਰੀਬ ਆਦਮੀ ਵੀ ਆ ਜਾਊਗਾ ਕੰਪੀਟੀਸ਼ਨ।
ਹੁਣ ਸਰਕਾਰੀ ਸਕੂਲਾਂ 'ਚ ਬੱਚਾ ਕੌਣ ਹੈ? ਪੰਜਾਬ ਦੇ ਸਰਕਾਰੀ ਸਕੂਲਾਂ 'ਚ ਲਗਭਗ 77% ਦਲਿਤ ਦਾ ਬੱਚਾ ਹੈ ਤੇ ਬਾਕੀ ਜਿਹੜੇ ਬੱਚੇ ਨੇ 23% ਉਹ ਗਰੀਬ ਬੱਚੇ ਹੈ, ਕਿਸਾਨ ਦਾ, ਮਜ਼ਦੂਰ ਦਾ, ਉਹ ਬਾਕੀ ਗਰੀਬਾਂ ਦੇ ਬੱਚੇ ਨੇ। ਜੇ ਗਰੀਬਾਂ ਨਾਲ ਹਮਦਰਦੀ ਹੈ, ਜਿਹਦੇ ਲਈ ਰਿਜ਼ਰਵੇਸ਼ਨ ਮੰਗਦੇ ਹੋ ਕਿ ਉਹ ਗਰੀਬ ਬੰਦੇ ਨੂੰ ਵੀ ਰਿਜ਼ਰਵੇਸ਼ਨ ਮਿਲੇ, ਤਾਂ ਉਹਨਾਂ ਦੇ ਬੱਚੇ ਤੇ ਤੁਹਾਡੇ ਬੱਚਿਆਂ ਦੇ ਸਕੂਲ ਵੀ ਬਰਾਬਰ। ਜਿਵੇਂ ਹੁਣ 39 ਜਾਤਾਂ ਕੱਲੀਆਂ ਜਿਹੜੀਆਂ ਅਨੁਸੂਚਿਤ ਜਾਤੀ ਦੀਆਂ ਪੰਜਾਬ ਦੇ ਵਿੱਚ, ਇਹਦੇ ਵਿੱਚੋਂ ਵੀ ਜੇਕਰ ਅਸੀਂ ਡਿਸਾਈਡ ਕਰੀਏ ਤਾਂ ਮਜ਼੍ਹਬੀ ਸਿੱਖ ਜਿਹੜੇ ਨੇ ਜਾਂ ਮਜ਼੍ਹਬੀ ਜਿਹੜੇ ਬੰਦੇ ਨੇ ਉਹ ਬਹੁਤ ਪਿੱਛੇ ਨੇ, ਕਿਉਂਕਿ ਉਹ ਸਫਾਈ ਮਜ਼ਦੂਰ ਨੇ, ਜ਼ਿਆਦਾ ਪੜ੍ਹਾਈ ਲਿਖਾਈ 'ਚ ਵੀ ਪਿੱਛੇ ਨੇ। ਤਾਂ ਉਸ ਰਿਜ਼ਰਵੇਸ਼ਨ ਦੇ ਵਿੱਚ ਉਹ ਵੀ ਬਰਾਬਰ ਨਹੀਂ ਆ ਰਹੇ ਉਸੇ ਜਾਤੀ ਰਿਜ਼ਰਵੇਸ਼ਨ ਦੇ ਵਿੱਚ। ਤੇ ਜੇ ਲੈਵਲ ਪਲੇਇੰਗ ਫੀਲਡ ਦਾ ਜਿਹੜਾ ਸਵਾਲ ਹੁੰਦਾ ਹੈ, ਸਭ ਦੀ ਪੜ੍ਹਾਈ ਤੇ ਬਾਕੀ ਦਾ ਖਿਆਲ ਤਾਂ ਰੱਖਣਾ ਹੀ ਚਾਹੀਦਾ। ਕੱਲੀ ਰਿਜ਼ਰਵੇਸ਼ਨ ਉਹਨਾਂ ਨੂੰ ਪੜ੍ਹਾਈ ਨਹੀਂ ਦੇ ਦਊਗੀ। ਰਿਜ਼ਰਵੇਸ਼ਨ ਉਹਨੂੰ ਦਿੱਤੀ ਹੋਈ ਹੈ ਕਿ ਤੋਂ ਪੈਸਾ ਨਹੀਂ ਲੈਂਦੇ ਸਰਕਾਰੀ ਸਕੂਲਾਂ 'ਚ ਪੜ੍ਹਾਈ ਜਾਂ ਤੂੰ ਜਵਾਕ, ਪਰ ਬਾਕੀ ਸਾਰੇ ਅਮੀਰ ਬੰਦਿਆਂ ਦੇ ਜਵਾਕ ਤਾਂ ਕਿਤੇ ਹੋਰ ਚਲੇ ਗਏ। ਤਾਂ ਉਹਨਾਂ ਦਿਨਾਂ 'ਚ ਡਾਕਟਰ ਅੰਬੇਦਕਰ ਦੀ ਅਗਵਾਈ ਦੇ ਵਿੱਚ ਦਲਿਤਾਂ ਦਾ ਕਿਹੋ ਜਿਹਾ ਹਾਲ ਹੋਏਗਾ ਇਹ ਸਾਰੇ ਆਜ਼ਾਦ ਇੰਡੀਆ ਦੇ ਵਿੱਚ, ਉਹਨਾਂ ਦੀ ਸਥਿਤੀ ਕੀ ਹੋਏਗੀ, ਕਿਸ ਲੈਵਲ ਦੀ ਹੋਏਗੀ, ਇਹ ਡਿਬੇਟ ਵੀ ਚੱਲੀ। ਇਹ ਡਿਬੇਟ ਮਹਾਤਮਾ ਗਾਂਧੀ ਤੇ ਡਾਕਟਰ ਅੰਬੇਦਕਰ ਦੇ ਦਰਮਿਆਨ ਇੱਕ ਵੱਖਰੇ ਵਿਚਾਰਾਂ ਦੇ ਤੌਰ ਤੇ ਗਿਣੀ ਜਾਂਦੀ ਹੈ ਡਿਬੇਟ ਦੇ ਤੌਰ। ਸਟੇਟ ਇਹ ਚਾਹੂਗੀ ਹਮੇਸ਼ਾ ਹੀ ਕਿ ਤੁਸੀਂ ਆਪਸ 'ਚ ਲੜੋ, ਜਾਤੀ ਆਧਾਰ ਤੇ ਲੜੋ, ਤੁਸੀਂ ਧਾਰਮਿਕ ਆਧਾਰ ਤੇ ਲੜੋ, ਤੁਸੀਂ ਉਹ ਵੱਡੀ ਲੜਾਈ ਦਾ ਹਿੱਸਾ ਨਾ ਬਣੋ ਜਿਹੜੀ ਲੜਾਈ ਨੂੰ ਹੁਣ ਲੜਿਆ ਜਾ ਰਿਹਾ ਕਿਸਾਨ ਅੰਦੋਲਨ ਦੇ ਥਰੂ, ਕਾਰਪੋਰੇਟ ਦੇ ਮਾਡਲ ਨੂੰ ਚੁਣੌਤੀ ਜਿਹੜੇ 'ਚ ਦਿੱਤੀ ਜਾ ਰਹੀ ਹੈ ਉਸ ਦੇ ਥਰੂ। ਭਾਰਤ ਵਿੱਚ ਰਾਖਵਾਂ ਕਰਨ ਦਾ ਮਤਲਬ ਕਿ ਕੁਝ ਵਿਅਕਤੀਆਂ ਨੂੰ ਨੌਕਰੀ ਦੇਣੀ, ਐਸਸੀ ਹੋ ਗਏ, ਜਰਨਲ ਹੋ ਗਏ, ਐਸਟੀ ਹੋ ਗਏ। ਜਦੋਂ ਨੌਕਰੀ ਦੀ ਗੱਲ ਹੁੰਦੀ ਹੈ ਤਾਂ ਇੱਕ ਕੋਟਾ ਵੀ ਰੱਖਿਆ ਜਾਂਦਾ ਹੈ। ਇੰਨੇ % ਐਸਸੀਆਂ ਦਾ ਕੋਟਾ ਹੈ, ਇੰਨੇ % BC ਦਾ ਕੋਟਾ ਹੈ, ਜਾਂ ਜਰਨਲ ਵਰਗ ਦੀ ਗੱਲ ਕਰੀਏ ਉਸ ਵਿੱਚ ਵੀ ਕੋਟਾ ਹੁੰਦਾ ਹੈ। ਹੁਣ ਸਵਾਲ ਹੁੰਦਾ ਕਿ ਰਾਖਵਾਂਕਰਨ ਕਿਵੇਂ ਸ਼ੁਰੂ ਹੋਇਆ। ਗੱਲ ਕਰਾਂਗੇ ਸੰਵਿਧਾਨ ਦੇ ਤਹਿਤ ਜਦੋਂ ਕਿਸੇ ਵਿਅਕਤੀ ਨੂੰ ਨੌਕਰੀ ਮਿਲਦੀ ਹੈ ਉਸ ਵਿੱਚ ਐਸਸੀ BC ST ਇਹਨਾਂ ਦਾ ਕੋਟਾ ਰੱਖਿਆ ਜਾਂਦਾ ਹੈ। ਸੀਟਾਂ ਰਿਜ਼ਰਵ ਹੁੰਦੀਆਂ ਨੇ ਵੀ ਇਹਨਾਂ ਨੂੰ ਹੀ ਨੌਕਰੀ ਮਿਲੇਗੀ। ਉਹ ਤੁਹਾਨੂੰ ਲੈ ਕੇ ਚੱਲਾਂਗੇ ਸਨ 47, ਉਹ ਥੋੜ੍ਹਾ ਉਸ ਤੋਂ ਪਹਿਲਾਂ ਵੀ ਰਾਖਵਾਂਕਰਨ ਸ਼ੁਰੂ ਕਿਵੇਂ ਹੋਇਆ। ਇਹ ਸਰਕਾਰ ਨੇ ਜਾਂ ਸੰਵਿਧਾਨ ਨੇ ਇਹ ਕਿਵੇਂ ਰਾਖਵਾਂਕਰਨ ਰੱਖ ਲਿਆ ਵੀ ਕਿਉਂ SC ਕੈਟੇਗਰੀ ਵਾਲਿਆਂ ਨੂੰ ਨੌਕਰੀ ਪਹਿਲ ਦੇ ਆਧਾਰ 'ਤੇ ਦਿੱਤੀ ਜਾਊਗੀ। ਤਾਂ ਗੱਲ ਉਸ ਤਬਕੇ ਦੀ ਵੀ ਕਰਾਂਗੇ ਜੋ ਨਾ SC ਹੈ, ਨਾ ਜਰਨਲ ਹੈ, ਨਾ BC ਹੈ, ਕੁਛ ਵੀ ਨਹੀਂ ਹੈ, ਸਿਰਫ ਇੱਕ ਗਰੀਬ ਲੋਕ ਨੇ, ਗਰੀਬ ਇਨਸਾਨ ਨੇ। ਉਹ ਵੀ ਕਿਸੇ ਨਾ ਕਿਸੇ ਸਿਸਟਮ ਵਿੱਚ ਤਾਂ ਆਉਂਦੇ ਨੇ, ਪਰ ਫਿਰ ਉਹ ਇਹ ਚੀਜ਼ਾਂ ਤੋਂ ਵਾਂਝੇ ਕਿਉਂ ਰਹਿ ਜਾਂਦੇ ਨੇ। ਜੇ ਕਿਸੇ ਦੀ ਕੋਈ ਜਾਤ SC ਜਾਂ BC ਨਹੀਂ ਹੈਗੀ, ਕੋਈ ਜਨਰਲ ਕੈਟਾਗਰੀ ਦਾ ਪਰ ਉਹ ਗਰੀਬ ਹੈ, ਕਿ ਉਸ ਨੂੰ ਵੀ ਰਾਖਵਾਂਕਰਨ ਮਿਲਣਾ ਚਾਹੀਦਾ, ਕਿ ਉਸ ਨੂੰ ਵੀ ਸਹੂਲਤਾਂ ਮਿਲਣੀਆਂ ਚਾਹੀਦੀਆਂ। ਸਵਾਲ ਇੱਥੇ ਕਰਾਂਗੇ, ਜੇ ਸਰਕਾਰ ਨੇ ਕੈਟਾਗਰੀਆਂ ਵਾਈਜ਼ ਨੌਕਰੀਆਂ ਦਿੱਤੀਆਂ ਨੇ ਉਹ ਸੰਵਿਧਾਨ ਦੇ ਤਹਿਤ ਹੀ ਦਿੱਤੀਆਂ ਨੇ ਜੋ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ। ਹੁਣ ਇਹ ਜਨਰਲ ਕੈਟਾਗਰੀ ਨੂੰ ਲੈ ਕੇ ਜਾਂ SC ਕੈਟਾਗਰੀ ਨੂੰ ਲੈ ਕੇ ਕਿਉਂ ਕਿਹਾ ਜਾਂਦਾ ਹੈ ਵੀ ਇਹ ਰਾਖਵਾਂਕਰਨ ਨਹੀਂ ਹੋਣਾ ਚਾਹੀਦਾ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਹਮੀਦ ਸਿੰਘ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਉਹ ਸ਼ੁਰੂਆਤ ਕਰਾਂਗੇ ਸੰਵਿਧਾਨ ਦੀ। ਇਹ ਸੰਵਿਧਾਨ ਦੇ ਵਿੱਚ ਕਿਉਂ ਲਿਖਿਆ ਗਿਆ ਸੀ, ਕਿਉਂ ਇਸ ਚੀਜ਼ ਦੀ ਲੋੜ ਪੈ ਗਈ। ਸਰ ਪੰਜਾਬ ਨਿਊਜ਼ 'ਤੇ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਰ। ਮੈਂ ਪਹਿਲਾਂ ਸਵਾਲ ਇਹੀ ਹੈ ਕਿ ਆਪਾਂ ਦੇਖਦੇ ਹਾਂ ਜਦੋਂ ਵੀ ਕਿਸੇ ਨੇ ਫਾਰਮ ਭਰਨੇ ਹੁੰਦੇ ਨੇ, ਕਿਸੇ ਨੇ ਨੌਕਰੀ ਲਈ ਅਪਲਾਈ ਕਰਨਾ ਹੁੰਦਾ, ਕੋਟਾ ਰੱਖਿਆ ਜਾਂਦਾ ਰਾਖਵਾਂਕਰਨ ਵੀ SC ਦੇ ਇੰਨੇ ਬੰਦੇ ਲੱਗਣਗੇ, SC ਦੇ ਇੰਨੇ ਨੇ ਜਾਂ BC ਦੇ ਇੰਨੇ ਨੇ, ਜਨਰਲ ਕੈਟਾਗਰੀ ਦਾ ਵੀ ਇੱਕ ਕੋਟਾ ਹੁੰਦਾ। ਹੁਣ ਇਹ ਸੰਵਿਧਾਨ ਦੇ ਤਹਿਤ ਗੱਲ ਕੀਤੀ ਜਾਈ ਹੈ, ਸੰਵਿਧਾਨ ਵਿੱਚ ਕਦੋਂ ਔਰ ਕਿਉਂ ਲਿਖਣ ਦੀ ਲੋੜ ਪੈ ਗਈ। ਅਸਲ ਦੇ ਵਿੱਚ ਰਾਖਵਾਂਕਰਨ ਜਿਹੜਾ ਇਹ ਕਈ ਟਾਈਪ ਦਾ ਹੈ, ਕੋਈ ਇੱਕ ਨਹੀਂ, ਇਹਦੀ ਇੱਕ ਕਿਸਮ ਨਹੀਂ ਹੈ। ਉਹਦੀਆਂ ਕਿਸਮਾਂ ਸਿਆਸੀ ਖੇਤਰ ਦੇ ਵਿੱਚ ਵੀ ਨੇ। ਸਿਆਸੀ ਖੇਤਰ ਦੇ ਵਿੱਚ ਮਤਲਬ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਦੇ ਮੈਂਬਰ ਤੱਕ ਕਿ ਇੱਕ ਕੋਟਾ ਕਿਹੜੀਆਂ ਸੀਟਾਂ ਤੋਂ ਫਲਾਣੇ ਖਾਸ ਵਰਗ ਦੇ ਬੰਦੇ ਲੜ ਸਕਦੇ ਨੇ, ਕਿਹੜੀਆਂ ਤੋਂ ਖਾਸ ਵਰਗ ਦੇ ਨਹੀਂ। ਇਸੇ ਸਿਆਸੀ ਕੋਟੇ ਦੇ ਤਹਿਤ ਇੱਕ ਨਵੀਂ ਗੱਲ ਇਸੇ ਕਰਕੇ ਤੁਰ ਰਹੀ ਹੈ ਕਿ ਔਰਤਾਂ ਨੂੰ ਵੀ 33% ਰਾਖਵੇਂਕਰਨ ਦਾ ਬਿੱਲ ਜਿਹੜਾ ਪੈਂਡਿੰਗ ਪਿਆ ਹੋਇਆ ਪਾਰਲੀਮੈਂਟ ਦੇ ਵਿੱਚ। ਉਹ ਸਾਰੀਆਂ ਚੀਜ਼ਾਂ ਇਹਦੇ ਪਿੱਛੇ ਧਾਰਨਾ ਕੀ ਹੈ? ਸਭ ਤੋਂ ਪਹਿਲਾਂ ਧਾਰਨਾ ਇਹਦੇ ਪਿੱਛੇ ਇਹ ਹੈ ਕਿ ਸਮਾਜ ਦੇ ਉਹ ਸਦੀਆਂ ਤੋਂ ਲੈ ਕੇ ਲੰਮੇ ਸਮੇਂ ਤੋਂ ਵਿਕਾਸ ਦੇ ਦੌਰ ਦੇ ਵਿੱਚ ਪਛੜ ਚੁੱਕੇ ਬੰਦੇ, ਉਹ ਕਿਸੇ ਜਾਤ ਨਾਲ ਸੰਬੰਧਿਤ ਹੋ ਸਕਦੇ ਨੇ, ਕਿਸੇ ਧਰਮ ਨਾਲ ਸੰਬੰਧਿਤ ਹੋ ਸਕਦੇ ਨੇ, ਕਿਸੇ ਖਿੱਤੇ ਨਾਲ ਸੰਬੰਧਿਤ ਹੋ ਸਕਦੇ ਨੇ, ਕਿਸੇ ਨਸਲ ਨਾਲ ਸੰਬੰਧਿਤ ਹੋ ਸਕਦੇ ਨੇ, ਕਿਸੇ ਬੋਲੀ ਨਾਲ ਸੰਬੰਧਿਤ ਹੋ ਸਕਦੇ ਨੇ। ਕੋਈ ਵੀ ਕਾਰਨ ਮਤਲਬ
ਖੇਤਰ ਹੋ ਸਕਦਾ ਹੈ ਕਿ ਜੇ ਉਹ ਪਛੜ ਗਏ, ਸੋਸਾਇਟੀ ਮਹਿਸੂਸ ਕਰਦੀ ਹੈ ਕਿ ਆਪਾਂ ਇੱਕ ਇਨਸਾਫ ਪਸੰਦ ਸੋਸਾਇਟੀ ਦੀ ਸਿਰਜਣਾ ਕਰਨੀ ਹੈ, ਕਿਵੇਂ ਉਹਨਾਂ ਬੰਦਿਆਂ ਨੂੰ ਨਾਲ ਰਲਾ ਲਿਆ ਜਾਏ ਤਾਂ ਕਿ ਉਸ ਤੋਂ ਬਾਅਦ ਫਿਰ ਠੀਕ ਹੈ ਕਿ ਲੈਵਲ ਪਲੇਇੰਗ ਫੀਲਡ ਹੋਏਗਾ। ਉਸ ਧਾਰਨਾ ਦੇ ਵਿੱਚੋਂ ਇਹ ਗੱਲਾਂ ਨਿਕਲੀਆਂ, ਡਿਬੇਟਾਂ ਦੇ ਵਿੱਚੋਂ, ਬਹਿਸਾਂ ਦੇ ਵਿੱਚੋਂ। ਸਾਡੇ ਦੇਸ਼ ਦੇ ਵਿੱਚ ਵੀ ਜਦੋਂ ਅੰਗਰੇਜ਼ ਗਏ, ਹਾਲਾਂਕਿ ਅੰਗਰੇਜ਼ਾਂ ਨੇ ਵੀ ਪਹਿਲਾਂ ਆਪਣੇ ਤਰੀਕੇ ਦੇ ਨਾਲ ਇੱਥੇ ਜਿਹੜੀਆਂ ਵੋਟ ਸਿਸਟਮ ਕੀਤਾ ਨਾ, 1916 ਦੇ ਵਿੱਚ ਐਕਟ ਬਣਿਆ ਤੇ ਫਿਰ 1935 ਤੱਕ ਆਉਂਦਾ ਗਿਆ। ਉਹ ਇਹ ਸੀਗਾ ਕਿ ਜਿੱਥੇ ਮਤਲਬ ਧਾਰਮਿਕ ਆਧਾਰ ਦੇ ਉੱਤੇ ਵੱਖ-ਵੱਖ ਟਾਈਪ ਦੀਆਂ ਸੀਟਾਂ ਰਿਜ਼ਰਵ ਸੀ। ਸਿੱਖ ਸਿੱਖਾਂ ਨੂੰ ਵੋਟਾਂ ਪਾਉਂਦਾ ਸੀ, ਹਿੰਦੂ ਹਿੰਦੂਆਂ ਨੂੰ, ਮੁਸਲਮਾਨਾਂ ਨੂੰ, ਇਹੋ ਜਿਹੇ ਕੈਟਾਗਰੀ 'ਚ ਖੜੇ ਹੋ ਸਕਦੇ ਸੀ ਬੰਦੇ, ਉਹ ਅਲੱਗ ਟਾਈਪ ਦੀ ਗੱਲ ਸੀ। ਔਰ ਜਿਹਨੂੰ ਲੋਕਾਂ ਨੇ ਕਿਹਾ ਕਿ ਫੁੱਟ ਪਾ ਰਹੇ ਨੇ ਸਗੋਂ ਦੇਸ਼ ਦੇ ਵਿੱਚ, ਉਹਨਾਂ ਦੇ ਸਰਕਾਰਾਂ 'ਚ ਵੀ ਹਿੱਸੇਦਾਰੀ ਹੋਈ, ਪਰ ਇੱਕ ਇਸ ਨਜ਼ਰੀਏ ਤੋਂ ਵੀ ਦੇਖਿਆ ਗਿਆ। ਉਦੋਂ ਬਾਅਦ ਜਦੋਂ ਇਹ ਪਤਾ ਲੱਗ ਗਿਆ ਕਿ ਦੇਸ਼ ਦੇ ਵਿੱਚ ਆਜ਼ਾਦੀ ਦੀ ਹੁਣ ਦੌਰ ਔਰ ਨੈਗੋਸ਼ੀਏਸ਼ਨ ਗੱਲਬਾਤ ਸ਼ੁਰੂ ਹੋਈ ਹੈ, ਤਾਂ ਲਾਜ਼ਮੀ ਸੀ ਇੱਕ ਗੱਲ ਸ਼ੁਰੂ ਹੋ ਗਈ ਧਰਮ ਦੇ ਆਧਾਰ 'ਤੇ। ਮੁਸਲਿਮ ਜਿਹਦੇ ਦਾ ਆਪਣਾ ਇੱਕ ਆਈਡੀਆ ਸੀ ਕਿ ਸਾਨੂੰ ਦਿਓ। 1940 'ਚ ਪਾਕਿਸਤਾਨ ਦਾ ਨਾਅਰਾ ਲੱਗਿਆ, ਉਹਦੇ ਵੱਖ-ਵੱਖ ਰੀਜਨ ਨੇ ਪਿੱਛੇ ਉਹਦੇ ਕਿ ਕੀ ਹੋਇਆ। ਜਦੋਂ ਕੈਬਨਿਟ ਮਿਸ਼ਨ ਯੋਜਨਾ 46 'ਚ ਆਈ ਕਿ ਜੀ ਭਾਰਤ ਨੂੰ ਇੱਕ ਰੱਖਿਆ ਜਾ ਸਕਦਾ, ਜਿੱਥੇ ਘੱਟ ਗਿਣਤੀ ਧਰਮ ਬਹੁ ਗਿਣਤੀ ਵਿੱਚ ਆ, ਉਹਨਾਂ ਰਾਜਾਂ ਨੂੰ ਵੱਧ ਅਧਿਕਾਰ ਦੇ ਦਿਓ, ਜ਼ਿਆਦਾ ਇੱਕ ਇੰਡੀਆ ਇਹੋ ਜਿਹਾ ਬਣਾ ਲਓ। ਉੱਤੇ ਸਹਿਮਤੀ ਵੀ ਹੋ ਗਈ ਤਾਂ ਉਹ ਮੁੱਕਰ ਗਏ, ਕਾਂਗਰਸ ਪਹਿਲਾਂ ਮੁੱਕਰੀ ਉਹਦੇ ਤੋਂ, ਤੇ ਬਾਕੀ ਦੇ ਲੋਕ ਫਿਰ ਪਾਕਿਸਤਾਨ ਬਣਦਾ ਇੱਕ ਜੋ ਬਲੱਡ ਸ਼ੈੱਡ ਹੁੰਦਾ, 10 ਲੱਖ ਲੋਕ ਮਰਦੇ ਨੇ, ਸਭ ਦੇ ਸਾਹਮਣੇ ਆ। ਇਹੀ ਰੌਲਾ ਇਸ ਰੀਜਨ ਦੇ ਸਿੱਖਾਂ ਨਾਲ ਵੀ ਹੋਇਆ ਕਿ ਸਿੱਖਾਂ ਨੂੰ ਅਲੱਗ ਲੈਣਾ ਚਾਹੀਦਾ ਸੀ ਜੀ, ਨਹੀਂ ਲੈਣਾ ਚਾਹੀਦਾ, ਕੀ ਕਰਨਾ ਚਾਹੀਦਾ ਸੀ ਉਦੋਂ ਸੈਟਅਪ। ਤਾਂ ਉਹਨਾਂ ਦਿਨਾਂ 'ਚ ਡਾਕਟਰ ਅੰਬੇਦਕਰ ਦੀ ਅਗਵਾਈ ਦੇ ਵਿੱਚ ਦਲਿਤਾਂ ਦਾ ਕਿਹੋ ਜਿਹਾ ਹਾਲ ਹੋਏਗਾ ਇਹ ਸਾਰੇ ਆਜ਼ਾਦ ਇੰਡੀਆ ਦੇ ਵਿੱਚ, ਉਹਨਾਂ ਦੀ ਸਥਿਤੀ ਕੀ ਹੋਏਗੀ, ਕਿਸ ਲੈਵਲ ਦੀ ਹੋਏਗੀ, ਇਹ ਡਿਬੇਟ ਵੀ ਚੱਲੀ। ਇਹ ਡਿਬੇਟ ਮਹਾਤਮਾ ਗਾਂਧੀ ਤੇ ਡਾਕਟਰ ਅੰਬੇਦਕਰ ਦੇ ਦਰਮਿਆਨ ਇੱਕ ਵੱਖਰੇ ਵਿਚਾਰਾਂ ਦੇ ਤੌਰ 'ਤੇ ਗਿਣੀ ਜਾਂਦੀ ਹੈ, ਡਿਬੇਟ ਦੇ ਤੌਰ 'ਤੇ। ਔਰ ਜੋ ਡਾਕਟਰ ਅੰਬੇਦਕਰ ਕਹਿੰਦੇ ਸੀ ਕਿ ਦਲਿਤਾਂ ਨੂੰ ਇੱਕ ਐਸਾ ਏਰੀਆ ਮਿਲੇ, ਇੱਕ ਐਸਾ ਖਿੱਤਾ ਮਿਲੇ ਜਿੱਥੇ ਉਹ ਆਪਣੇ ਢੰਗ ਨਾਲ ਆਪਣਾ ਚਾਹੁਣ। ਉਹਨਾਂ ਦਾ ਫਿਰ ਇੱਕ ਦੌਰ ਇਹ ਵੀ ਸੀ ਕਿ ਜੇ ਰਾਖਵਾਂਕਰਨ ਦੇਣਾ ਹੈ, ਨਹੀਂ ਤਾਂ ਜੇ ਇਸ ਦੇਸ਼ ਦੇ ਵਿੱਚ ਉਹ ਨਹੀਂ ਦਿੰਦੇ ਤਾਂ ਰਾਖਵਾਂਕਰਨ ਦਿਓ। ਰਾਖਵਾਂਕਰਨ 'ਚ ਪੋਲੀਟੀਕਲੀ ਰਾਖਵਾਂਕਰਨ ਉਹ ਇਹ ਚਾਹੁੰਦੇ ਸੀ ਕਿ ਦਲਿਤਾਂ ਦੇ ਵਿੱਚੋਂ ਬੰਦੇ ਖੜੇ ਹੋਣ, ਦਲਿਤ ਹੀ ਉਹਨੂੰ ਵੋਟਾਂ ਪਾਉਣ। ਫਿਰ ਇੱਕ ਸਮੇਂ ਤੋਂ ਬਾਅਦ ਜਾ ਕੇ ਉਹ ਆਪਣੀ ਇੱਕ ਲੀਡਰਸ਼ਿਪ ਪੈਦਾ ਕਰ ਲੈਣਗੇ। ਜਦੋਂ ਇੱਕ ਲੀਡਰਸ਼ਿਪ ਪੈਦਾ ਹੋਊਗੀ ਤਾਂ ਉਹਨਾਂ ਦਾ ਇੱਕ ਬਾਰਗੇਨਿੰਗ ਦੀ ਤਾਕਤ ਬਣ ਜਾਊਗੀ। ਇਹਦੇ 'ਤੇ ਵੀ ਮਹਾਤਮਾ ਗਾਂਧੀ ਨੇ ਮਰਨ ਵਰਤ ਵੀ ਰੱਖਿਆ, ਬੜੀਆਂ ਚੀਜ਼ਾਂ। ਉਹ ਤੋਂ ਫਿਰ ਇੱਕ ਕੰਪਰੋਮਾਈਜ਼ 'ਤੇ ਪਹੁੰਚੀ ਗੱਲ ਕਿ ਨਹੀਂ ਐਂ ਤਾਂ ਨਹੀਂ ਹੋਏਗਾ, ਪਰ ਪੋਲੀਟੀਕਲੀ ਮਤਲਬ ਇਸ ਕਰਕੇ ਰਿਜ਼ਰਵ ਸੀਟਾਂ ਹੋ ਜਾਇਆ ਕਰਨਗੀਆਂ ਕਿ ਜਿੰਨੀ ਪਾਪੂਲੇਸ਼ਨ ਹੈ ਉਹਦੇ ਲਿਹਾਜ਼ ਨਾਲ ਵੋਟ ਤਾਂ ਸਾਰੇ ਹੀ ਪਾਇਆ ਕਰਨਗੇ, ਕੇਵਲ ਉਹਨਾਂ ਦੇ ਵਿੱਚੋਂ ਲੀਡਰ ਹੀ ਨਹੀਂ ਪਾਉਣਗੇ। ਉਹਨੇ ਪੋਲੀਟੀਕਲ ਰਿਜ਼ਰਵੇਸ਼ਨ ਦਿੱਤੀ। ਇਹ 1950 'ਚ ਜਿਹੜਾ ਸੰਵਿਧਾਨ ਲਾਗੂ ਹੋਇਆ ਸਾਡਾ, ਇਹ ਉਹਦੇ ਦੌਰ ਦੇ ਵਿੱਚ ਇਹ ਹੋਇਆ ਕਿ ਆਪਾਂ ਨੂੰ ਰਿਜ਼ਰਵੇਸ਼ਨ ਇਹ ਲਾਗੂ ਕਰਨੀ ਪਏਗੀ ਸਿਆਸੀ। ਤੇ ਦੂਜੀ ਰਿਜ਼ਰਵੇਸ਼ਨ ਇਹ ਹੈ ਕਿਉਂਕਿ ਦਲਿਤਾਂ ਨਾਲ ਇੱਕ ਸਦੀਆਂ ਤੋਂ ਅਲੱਗ-ਅਲੱਗ ਟਾਈਪ ਦਾ ਧੱਕਾ ਹੋਇਆ, ਕੇਵਲ ਆਰਥਿਕ ਨਹੀਂ, ਸਮਾਜਿਕ ਸੱਭਿਆਚਾਰਕ ਵੀ ਅਛੂਤ ਟਾਈਪ ਦਾ ਮੰਨਿਆ ਗਿਆ। ਇੱਕ ਟਾਈਪ ਦਾ ਜਿਹੜਾ ਹਿੰਦੂ ਕਲਚਰ ਦਾ ਉਹ ਸਿਸਟਮ ਸੀ ਕਿ ਉਹਦੇ ਭਾਂਡੇ ਨੂੰ ਹੱਥ ਲੱਗ ਜੇ ਤਾਂ ਵੀ ਤੁਸੀਂ ਅੱਗ 'ਚ ਪਾਉਣਾ ਹੈ, ਉਹਨੂੰ ਸਾਂਝੇ ਖੂਹ ਤੋਂ ਪਾਣੀ ਨਹੀਂ ਭਰਨ ਦੇਣਾ। ਇੱਕ ਅਛੂਤ ਦਾ ਗੱਲ ਚੱਲੀ ਬਹੁਤ ਵੱਡੇ ਪੱਧਰ 'ਤੇ ਉੱਤੇ। ਅੱਜ ਤੱਕ ਵੀ ਕਈ ਉਹਦੀਆਂ ਰਹਿੰਦ ਖੂੰਹਦ ਬੜੇ ਥਾਵਾਂ 'ਤੇ ਹੈਗੀ ਹੈ ਅਛੂਤਪਣ ਦਾ ਜਿਹੜਾ ਸਵਾਲ। ਤਾਂ ਉਹਨੂੰ ਠੀਕ ਕਰਨ ਦੇ ਵਾਸਤੇ ਇਹ ਹੈ ਕਿ ਉਹਨਾਂ ਦੀ ਜਿਹੜੇ ਢਾਂਚੇ ਦੇ ਵਿੱਚ ਹਾਜ਼ਰੀ ਲਾਉਣ ਦੇ, ਪੜ੍ਹਾਈ ਦੇ ਪੱਖੋਂ ਤੇ ਵੀ ਪਛੜੇ ਸੀ, ਸਾਰੇ ਪੱਖਾਂ ਸੀ। ਤਾਂ ਉਦੋਂ ਰਿਜ਼ਰਵੇਸ਼ਨ ਦਾ ਇੱਕ ਦੌਰ ਆਇਆ ਔਰ ਜਿਹੜੀ 22.5% ਰਿਜ਼ਰਵੇਸ਼ਨ ਆਈ, ਜਿਹਦੇ 'ਚੋਂ ਕੁਝ SC 15% ਸ਼ਡਿਊਲ ਕਾਸਟ ਲਈ ਤੇ 7% ਸ਼ਡਿਊਲ ਟਰਾਈਬ 'ਚ ਲਈ, ਜਿਹੜੇ ਇਹੋ ਜਿਹੇ ਕਬੀਲੇ ਸੀ ਜਿਹੜੇ ਥਾਂ ਤੁਰਦੇ ਫਿਰਦੇ ਇਹੋ ਜਿਹੇ ਸਾਰੇ ਸੀ, ਉਹ ਆਈ। ਪਰ ਇੱਕ ਗੱਲ ਉਦੋਂ ਇਹ ਕਹੀ ਗਈ ਸੀ ਕਿ ਆਪਾਂ ਦੇਸ਼ ਦਾ ਵਿਕਾਸ ਇਸ ਲੈਵਲ 'ਤੇ ਕਰਾ ਦਾਂਗੇ ਕਿ ਜੇ 50 'ਚ ਲਾਗੂ ਕਰਦੇ ਹਾਂ ਤਾਂ 1960 ਤੋਂ ਬਾਅਦ ਸਾਡੇ ਰਿਜ਼ਰਵੇਸ਼ਨ ਦੀ ਲੋੜ ਨਹੀਂ ਰਹੂਗੀ, ਆਪਾਂ ਦੇਸ਼ ਨੂੰ ਇਹੋ ਜਿਹਾ ਬਣਾ ਦਾਂਗੇ, ਸਾਰੇ ਬਰਾਬਰ ਹੋ ਜਾਣਗੇ ਤੇ ਜਦੋਂ ਸਭ ਨੂੰ ਮੌਕੇ ਮਿਲ ਗਏ ਫਿਰ ਇਹਦੀ ਲੋੜ ਨਹੀਂ ਹੈ। ਉਹ ਅਜੇ ਤੱਕ ਚੱਲਦਾ ਆ ਰਿਹਾ, 75ਵਾਂ ਸਾਲ ਸ਼ੁਰੂ ਹੋ ਚੁੱਕੇ ਆ ਮਤਲਬ ਉਸ ਲੈਵਲ ਦੇ ਉੱਤੇ। ਹਰ ਸਾਲ ਨਵਾਂ ਨੋਟੀਫਿਕੇਸ਼ਨ, ਉਦੋਂ ਬਾਅਦ ਹਰ ਸਾਲ ਨਹੀਂ ਮਤਲਬ ਉਦੋਂ ਬਾਅਦ ਹੋ ਜਾਂਦਾ ਜਦੋਂ 10 ਸਾਲ ਗੁਜ਼ਰਦੇ ਨੇ ਵੀ ਨਹੀਂ ਇਹਦੀ ਤਾਂ ਲੋੜ ਹੈ ਅੱਗੇ। ਨਾ ਕੇਵਲ ਉੱਥੇ ਤੱਕ ਬਲਕਿ ਸਾਡੇ ਰਿਜ਼ਰਵੇਸ਼ਨ ਉਦੋਂ ਅੱਗੇ ਵਧੀ ਫਿਰ ਹੋਰ ਤਰੀਕਿਆਂ ਨਾਲ। ਫਿਰ ਹਰ ਜਾਤ ਦੇ ਵਿੱਚ ਫਿਰ ਪਛੜਿਆ ਵਰਗ ਨੇ ਕਿਹਾ, ਅਨੁਸੂਚਿਤ ਜਾਤ ਪਛੜੇ ਵਰਗ ਨਾਲ ਚਾਹੇ ਛੂਤ-ਛਾਤ ਤਾਂ ਨਹੀਂ ਸੀ, ਪਰ ਉਹ ਕਹਿੰਦੇ ਵੀ ਅਸੀਂ ਆਰਥਿਕ ਤੌਰ 'ਤੇ ਪਛੜ ਗਏ, ਅਸੀਂ ਸੱਭਿਆਚਾਰਕ ਤੌਰ 'ਤੇ ਪਛੜ ਗਏ, ਸਾਡੇ ਲਈ ਵੀ ਅਲੱਗ ਟਾਈਪ ਦੀ ਗੱਲ ਚਾਹੀਦੀ ਹੈ। ਉਹਦੇ 'ਤੇ ਇੱਕ ਕਮਿਸ਼ਨ ਬਣਿਆ ਜਿਹੜਾ ਜ਼ਿਆਦਾ ਚਰਚਿਤ ਕਮਿਸ਼ਨ ਹੈ। ਕਮੇਟੀਆਂ ਪਹਿਲਾਂ ਵੀ ਬਣੀਆਂ, ਉਹ ਹੈ ਮੰਡਲ ਕਮਿਸ਼ਨ। ਮੰਡਲ ਕਮਿਸ਼ਨ ਦੇ ਨਾਂ 'ਤੇ ਜਿਹਨੇ ਕਿਹਾ ਕਿ ਇੱਥੇ ਜਿਹੜੀ ਜਾਤ ਹੈ ਇਸ ਦੇਸ਼ ਦੇ ਵਿੱਚ ਮਤਲਬ ਵੱਡੇ ਪੱਧਰ 'ਤੇ ਲਗਭਗ
ਮਤਲਬ ਪੌਣੇ 4000 ਦੇ ਕਰੀਬ ਜਿਹੜਾ ਸੈਟਅਪ ਉਸ ਲੈਵਲ ਤੇ ਬਣਿਆ, ਜਦੋਂ ਪਛੜ ਗਿਆ ਤਾਂ ਉਹਨੂੰ ਕੀ ਰਿਜ਼ਰਵੇਸ਼ਨ ਦਿਓ। ਉਹ ਮੰਡਲ ਕਮਿਸ਼ਨ ਲਿਆਂਦਾ ਫਿਰ ਜਦੋਂ ਬੀਪੀ ਸਿੰਘ ਦੀ ਸਰਕਾਰ ਆਈ, 99 ਚ ਬੀਪੀ ਸਿੰਘ ਦੀ ਸਰਕਾਰ ਬਣਦੀ ਹੈ, 90 ਚੋਂ ਮੰਡਲ ਕਮਿਸ਼ਨ ਲੈ ਕੇ ਆਉਂਦੇ ਨੇ। ਇਸ ਦੇਸ਼ 'ਚ ਦੋ ਗੱਲਾਂ ਆਉਂਦੀਆਂ ਨੇ, ਉਦੋਂ ਅਡਵਾਨੀ ਦੀ ਰਥ ਯਾਤਰਾ, ਮੰਦਰ ਦੀ ਮੂਵਮੈਂਟ ਤੇ ਮੰਡਲ ਦੀ ਮੂਵਮੈਂਟ। ਮੰਡਲ ਤੇ ਕਮੰਡਲ ਦੀ ਰਾਜਨੀਤੀ ਜਿਹੜੀ ਇਸ ਦੇਸ਼ ਦੇ ਵਿੱਚ ਆਈ ਹੈ ਉਸ ਤੋਂ ਬਾਅਦ ਉਸ ਤਰੀਕੇ ਨਾਲ ਆਉਂਦੀ ਹੈ। ਤਾਂ ਬੀਪੀ ਸਿੰਘ ਨੇ ਉਹ ਮੰਡਲ ਕਮਿਸ਼ਨ ਦੀ ਰਿਪੋਰਟ ਕੱਢ ਕੇ ਅਲਮਾਰੀ ਦੇ ਵਿੱਚ ਉਹਨੇ ਕਿਹਾ ਮੈਂ ਇਹ ਲਾਗੂ ਕਰੂੰਗਾ। ਉਹ 'ਚ 27% ਰਿਜ਼ਰਵੇਸ਼ਨ OBC ਲਈ ਹੈ, ਅਦਰ ਬੈਕਵਰਡ ਕਲਾਸ ਜਿਹੜੀਆਂ ਸੀ ਕਿ ਉਹ ਲਾਗੂ ਕਰੋ 27% ਰਿਜ਼ਰਵੇਸ਼ਨ। ਉੱਥੇ ਮੰਡਲ ਕਮਿਸ਼ਨ ਦੇ ਐਂਟੀ ਵੀ ਇੱਕ ਵੱਡੀ ਮੂਵਮੈਂਟ ਹੋਈ ਤੇ ਉਹਦੇ ਪੱਖ ਦੇ ਵਿੱਚ ਵੀ ਉਹਨੇ ਸਿਆਸਤ ਨੂੰ ਵੀ ਬਦਲਿਆ। ਇਹ ਮੰਡਲ ਕਮਿਸ਼ਨ ਦੇ ਦੌਰ ਦੀ ਸਿਆਸਤ ਹੈ, ਜਦੋਂ ਲਾਲੂ ਪ੍ਰਸਾਦ ਤੇ ਇੱਧਰ ਸਮਾਜਵਾਦੀ ਪਾਰਟੀ ਯੂਪੀ 'ਚ ਵੱਖ-ਵੱਖ ਥਾਵਾਂ ਤੇ ਰਾਜ ਬਦਲਦੇ ਨੇ ਤੇ ਇੱਕ ਜਾਤ ਆਧਾਰਿਤ ਸਿਸਟਮ ਦਾ ਦੌਰ ਸ਼ੁਰੂ ਹੁੰਦਾ ਹੈ ਦੁਬਾਰਾ। ਫਿਰ ਉਹ ਤੋਂ ਬਾਅਦ ਇਹ ਇੱਥੇ ਤੱਕ ਨਹੀਂ ਰੁਕਿਆ ਇਕੱਲਾ, ਫਿਰ ਹਰ ਵਰਗ, ਹੁਣ ਚਾਹੇ ਪਟੇਲ ਨੇ ਗੁਜਰਾਤ ਦੇ ਜ਼ਿਮੀਂਦਾਰ ਮੰਨੇ ਜਾਂਦੇ ਨੇ, ਜ਼ਿਮੀਂਦਾਰ, ਉਹਨਾਂ 'ਤੇ ਵੀ ਜਿਹੜੀ ਰਿਜ਼ਰਵੇਸ਼ਨ ਦੀ ਲੜਾਈ ਲੜੀ ਹੈ। ਹਾਰਦਿਕ ਪਟੇਲ ਜਿਹੜਾ ਲੀਡਰ ਦੇ ਤੌਰ ਤੇ ਜੰਗ ਬੰਦਾ ਉੱਭਰਿਆ ਪਿਛਲੇ ਦਿਨਾਂ 'ਚੋਂ ਤੇ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਗੁਜਰਾਤ ਦਾ ਬਣਿਆ, ਉਹਨੇ ਇਹੀ ਮੂਵਮੈਂਟ ਲੜੀ ਕਿ ਪਟੇਲਾਂ ਨੂੰ ਰਿਜ਼ਰਵੇਸ਼ਨ ਚਾਹੀਦੀ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਮਰਾਠਿਆਂ ਦੀ ਰਿਜ਼ਰਵੇਸ਼ਨ ਦੀ ਮੂਵਮੈਂਟ ਚੱਲੀ, ਯੂਪੀ, ਹਰਿਆਣਾ ਤੇ ਪੰਜਾਬ ਨੂੰ ਵੀ ਉਹ 'ਚ ਕਵਰ ਕੀਤਾ ਕਈ ਮਾਮਲਿਆਂ ਦੇ ਵਿੱਚ। ਜਾਟ ਰਿਜ਼ਰਵੇਸ਼ਨ ਕਿੰਨੀਆਂ ਮੂਵਮੈਂਟਾਂ ਹੋਈਆਂ, ਕਿੰਨੇ ਵਾਰ ਟ੍ਰੇਨਾਂ ਬੰਦ ਹੋਈਆਂ ਕਿ ਸਾਨੂੰ ਵੀ ਹੋਣਾ ਚਾਹੀਦਾ। ਮਤਲਬ ਇੱਕ ਟ੍ਰੈਂਡ ਇਹ ਚੱਲ ਪਿਆ ਫਿਰ ਕਿ ਮੇਰੀ ਕਾਸਟ ਰਾਖਵੇਂਕਰਨ ਕਰਕੇ ਪਿੱਛੇ ਰਹਿ ਗਈ, ਮੈਨੂੰ ਵੀ ਰਿਜ਼ਰਵੇਸ਼ਨ ਦਿਓ। ਫਿਰ ਕਦੇ ਕਦੇ ਐਂ ਲੱਗਦਾ ਹੁੰਦਾ ਵੀ ਫਿਰ ਕੀ ਹੋਊਗਾ ਇਹਦਾ ਹੱਲ। ਕਦੇ ਕਦੇ ਹੱਲ ਇਹ ਹੋਊਗਾ ਫਿਰ ਜਿਹੜੀ ਜਾਤ ਹੈ, ਜਾਤ ਨੂੰ ਤੁਸੀਂ ਉਦਾਹਰਨ ਮੰਨ ਲਓ, ਜਿੰਨੀ ਜਿਹਦੀ ਆਬਾਦੀ ਆ ਉਨੀ ਦੇ ਦੋਗੇ ਤੇ ਸਾਰਾ ਸਿਸਟਮ ਹੋ ਜਾਏਗਾ। ਪਰ ਸਾਡੇ ਇੱਕ ਦੇਸ਼ ਦੇ ਸੰਵਿਧਾਨ ਦੇ ਵਿੱਚ ਇੱਕ ਦਰਜ ਹੈ ਤੇ ਉਹਨੂੰ ਸੁਪਰੀਮ ਕੋਰਟ ਨੇ ਬਾਰ-ਬਾਰ ਫੋਕਸ ਕੀਤਾ ਹੈ ਇਸ ਗੱਲ ਨੂੰ ਕਿ ਟੋਟਲ ਰਿਜ਼ਰਵੇਸ਼ਨ ਮਿਲਾ ਕੇ, ਇੱਕ ਤਾਂ ਇਹ ਰਿਜ਼ਰਵੇਸ਼ਨਾਂ ਨੇ ਜਾਤ ਆਧਾਰ ਤੇ, ਦੂਜੀਆਂ ਰਿਜ਼ਰਵੇਸ਼ਨਾਂ ਹੋਰ ਵੀ ਨੇ, ਕੋਈ ਸਾਬਕਾ ਫੌਜੀ ਦੇ ਲਈ ਹੈ, ਕੋਈ ਸਪੋਰਟਸਮੈਨ ਦੇ ਲਈ ਹੈ, ਖਿਡਾਰੀਆਂ ਦੇ ਲਈ ਨੇ, ਕੋਈ ਹੈਂਡੀਕੈਪ ਦੇ ਲਈ ਹੈ, ਅਲੱਗ-ਅਲੱਗ ਟਾਈਪ ਦੀਆਂ ਰਿਜ਼ਰਵੇਸ਼ਨਾਂ ਨੇ। ਇਹ ਟੋਟਲ ਮਿਲਾ ਕੇ ਸ਼ਡਿਊਲ ਕਾਸਟ OBC ਪਲੱਸ 50% ਤੋਂ ਵੱਧ ਨਹੀਂ ਹੋਣੀ ਚਾਹੀਦੀ, ਉੱਪਰਲਾ ਕੈਪ ਇਹ ਆਲ ਓਵਰ ਕਰ ਲਿਆ, ਆਲ ਓਵਰ ਟੋਟਲ ਮਿਲ ਗਈ ਜਦੋਂ ਤੁਹਾਡੀ, ਤੁਸੀਂ 50% ਤੋਂ ਜ਼ਿਆਦਾ ਨਹੀਂ ਦੇ ਸਕਦੇ। ਆ ਪਿਛਲੇ ਦਿਨਾਂ 'ਚ ਸੁਪਰੀਮ ਕੋਰਟ ਨੇ ਕਈ ਕੇਸ ਰੱਦ ਕੀਤੇ ਨੇ ਇਸੇ ਕਰਕੇ ਕਿ ਤੁਹਾਡੀ ਰਿਜ਼ਰਵੇਸ਼ਨ ਵੱਧ ਗਈ ਹੈ, ਜਿਹੜਾ ਇਸ ਸਾਰੇ ਮਾਮਲੇ ਦੇ ਵਿੱਚੋਂ 50% ਓਵਰਆਲ ਕੋਟਾ ਹੈ ਜਿਹਦੇ ਤੇ ਲੜਾਈ ਹੋ ਰਹੀ ਹੈ। ਹੁਣ ਸਭ ਤੋਂ ਬੜਾ ਕੁਐਸਚਨ ਸਾਡੇ ਸਾਹਮਣੇ ਜਿਹੜਾ ਇਹ ਆਉਂਦਾ ਹੈ ਕਿ ਕੀ ਨੌਕਰੀਆਂ ਰਿਜ਼ਰਵੇਸ਼ਨ ਕਰਕੇ ਨਹੀਂ ਮਿਲ ਰਹੀਆਂ ਦੂਜੇ ਵਰਗ ਨੂੰ, ਜਨਰਲ ਵਰਗ ਨੂੰ, ਜਾਂ ਬਾਕੀ ਜਿਹੜੀਆਂ ਵੀ ਚੀਜ਼ਾਂ ਆਪਾਂ ਗੱਲ ਕਰਦੇ, ਤੁਸੀਂ ਪਹਿਲਾਂ ਗੱਲ ਕੀਤੀ, ਜਾਂ ਮਾਮਲੇ ਕੁਝ ਹੋਰ ਨੇ, ਜਾਂ ਕੀ ਰਿਜ਼ਰਵੇਸ਼ਨ ਹੋਣੀ ਨਹੀਂ ਚਾਹੀਦੀ। ਉਹ ਕਹਿੰਦੇ ਨੇ ਮੈਰਿਟ ਹੈ, ਮੈਰਿਟ ਦੇ ਤੌਰ ਤੇ ਜੀ ਹੋਣਾ ਚਾਹੀਦਾ ਸਾਰਾ ਕੁਝ। ਦੇਖੋ ਗੱਲ ਇਹ ਹੁੰਦੀ ਹੈ ਕਿ ਜਿਹੜਾ ਇੱਕ ਇਨਸਾਫ ਦਾ ਤਕਾਜ਼ਾ ਹੁੰਦਾ ਸਮਾਜ ਦੇ ਵਿੱਚ, ਇਨਸਾਨੀਅਤ ਦਾ ਤਕਾਜ਼ਾ ਹੁੰਦਾ, ਹਮੇਸ਼ਾ ਹੀ ਇਹ ਹੁੰਦਾ ਕਿ ਸਾਰੇ ਲੋਕ ਇੱਕੋ ਜਿਹੇ ਨਹੀਂ ਹੈ। ਹਿਸਟੋਰੀਕਲ ਮਾਰਚ ਦੇ ਵਿੱਚ ਚੱਲਦੇ ਵਰਗ ਵੀ ਪਛੜੇ ਨੇ, ਵਰਗਾਂ ਪ੍ਰਤੀ ਅਪਰੋਚ ਵੀ ਅਲੱਗ-ਅਲੱਗ ਰਹੀ ਹੈ। ਸਲੇਵਰੀ ਤੋਂ ਆਏ ਹਾਂ ਅਸੀਂ, ਗੁਲਾਮਦਾਰੀ ਯੁੱਗ ਤੋਂ, ਜਦੋਂ ਬੰਦੇ ਪਸ਼ੂਆਂ ਵਾਂਗ ਖਰੀਦੇ ਤੇ ਵੇਚੇ ਜਾਂਦੇ ਰਹੇ ਨੇ। ਜਿਹੜੇ ਲੋਕ ਐ ਨੇ ਕਿ ਰਿਜ਼ਰਵੇਸ਼ਨ ਦੇ ਖਿਲਾਫ, ਰਿਜ਼ਰਵੇਸ਼ਨ ਦੇ, ਇਹਦਾ ਮਤਲਬ ਉਹ ਇਹ ਹਾਲਾਤ ਨਹੀਂ ਦੇਖ ਰਹੇ ਕਿ ਜਿਹੜੇ ਹਾਲਾਤਾਂ 'ਚੋਂ ਉੱਭਰ ਕੇ ਕੋਈ ਬੰਦਾ ਆਉਂਦਾ ਤੇ ਉਹਨੂੰ ਉੱਭਰਨ ਲਈ ਜੇ ਹੱਲਾਸ਼ੇਰੀ ਨਹੀਂ ਦਿੱਤੀ ਜਾਂਦੀ ਤਾਂ ਉਹ ਉੱਥੇ ਹੀ ਰਹਿ ਜਾਏਗਾ, ਡੰਪ ਰਹਿ ਜਾਏਗਾ, ਤੁਹਾਡਾ ਇਨਸਾਫ ਪਸੰਦ ਸਿਸਟਮ ਨਹੀਂ ਬਣ ਪਾਊਗਾ। ਇਸ ਲਈ ਰਿਜ਼ਰਵੇਸ਼ਨ ਲਾਜ਼ਮੀ, ਜਿਹੜੀ ਜਾਤ ਆਧਾਰਿਤ ਅਨੁਸੂਚਿਤ ਜਾਤੀ ਦੀ ਸੀ ਤੇ ਸ਼ਡਿਊਲ ਕਾਸਟ ਦੀ ਸੀ, ਉਹ ਆਪਣੇ ਆਪ 'ਚ ਵਾਜਬ ਇੱਕ ਗੱਲ ਸੀ ਉਸ ਸਮੇਂ ਦੇ ਵਿੱਚ ਲੱਗਦੀ ਹੋਈ। ਤੇ ਹਾਂ, ਉਹਦੇ ਵਿੱਚ ਇੱਕ ਗੱਲ ਇਹ ਆਉਂਦੀ ਹੈ ਕਿ ਜਿਹੜੀਆਂ ਹੁਣ ਚੱਲਦੇ ਔਰ ਐਡਾ ਵੱਡਾ ਸਿਸਟਮ ਹੈ ਸਾਡੇ ਕੋਲ, ਕੀ ਰਿਜ਼ਰਵੇਸ਼ਨ ਨਾਲ ਸਭ ਕੁਝ ਹੈ? ਔਰ ਮੈਨੂੰ ਲੱਗਦਾ ਜੇ ਰਿਜ਼ਰਵੇਸ਼ਨ ਨਾ ਹੁੰਦੀ ਤਾਂ ਜਿੰਨੇ ਕੁ ਲੋਕ ਨਜ਼ਰ ਆ ਰਹੇ ਨੇ ਹੁਣ ਵੀ ਅਫਸਰਾਂ ਦੇ ਵਿੱਚ, ਲੀਡਰ ਦੇ ਤੌਰ ਤੇ, ਬਾਕੀ ਸ਼ਾਇਦ ਉਸ ਵਰਗ 'ਚੋਂ ਨਾ ਆਉਂਦਾ ਕੋਈ। ਗੱਲ ਜੇ ਸਮਾਜ ਦੀ ਕਰੀਏ, ਸਮਾਜ ਨੂੰ ਉਹਨਾਂ ਨੂੰ ਉਸ ਲੈਵਲ ਤੇ ਲੈ ਕੇ ਆਉਣਾ ਸੀ ਸਮਾਜ ਦੇ ਵਿੱਚ। ਤੁਸੀਂ 75 ਸਾਲ ਦੀ ਗੱਲ ਕੀਤੀ ਵੀ ਸਨ 47 ਤੋਂ ਲਗਭਗ 75 ਸਾਲ ਹੋ ਚੁੱਕੇ ਨੇ, ਤੇ ਉਹ ਵਾਕਈ ਜਿਹੜਾ ਇੱਕ ਸਮਾਜ ਸੀ ਕੈਟਾਗਰੀ ਦਾ, ਤੁਹਾਨੂੰ ਲੋਕ ਉੱਥੇ ਆ ਕੇ ਖੜ ਗਏ ਨੇ, ਬਰਾਬਰੀ ਉਹਨਾਂ ਨੇ ਕਰ ਲਈ ਹੈ। ਨਹੀਂ, ਰੌਲਾ ਹੀ ਇਹੀ ਹੈ ਕਿ ਇਹ ਪ੍ਰੈਕਟੀਕਲ ਹਾਲਾਤ ਦੇਖੇ ਜਾ ਸਕਦੇ ਨੇ ਕਿ ਲੈਵਲ ਪਲੇਇੰਗ ਫੀਲਡ ਹੋ ਗਿਆ। ਅੱਜ ਤੱਕ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਦਲਿਤ ਹੈ, ਜੇ ਉਹ ਕਈ ਬ੍ਰਾਹਮਣਾਂ ਦੇ ਘਰ ਜਾਂਦਾ ਹੈ, ਮੰਦਿਰ 'ਚ ਨਹੀਂ ਉਹਨੂੰ ਵੜਨ ਦਿੱਤਾ, ਮੰਦਿਰ ਧੋਇਆ ਜਾਂਦਾ ਤੇ ਇੱਕ ਬਰਤਨ ਉਹਦੇ ਲਈ ਅਲੱਗ ਲਿਆ ਕੇ ਰੱਖੇ ਜਾਂਦੇ ਨੇ। ਚੀਫ ਮਿਨਿਸਟਰ ਮਾਂਝੀ ਸੀ ਜਿਹੜਾ ਬਿਹਾਰ ਦੇ ਵਿੱਚ ਬਣਿਆ ਦਲਿਤ, ਜਦੋਂ ਕਿਸੇ ਖਾਸ ਜਗ੍ਹਾ ਗਿਆ, ਕਿਉਂਕਿ ਪਾਵਰ ਕਰਕੇ ਆ ਤਾਂ ਜਾਂਦੇ ਨੇ। ਪੰਜਾਬ ਦੀ ਸਿਚੁਏਸ਼ਨ ਥੋੜੀ ਹੋਰ ਹੈ ਕਿਉਂਕਿ ਇੱਥੇ ਲੰਮੇ ਸਮੇਂ ਤੋਂ ਗੁਰੂਆਂ ਦਾ ਜਾਤ ਦੇ ਖਿਲਾਫ ਇੱਕ ਅੰਦੋਲਨ ਹੈ, ਬਾਕੀ ਦੀਆਂ ਵੀ ਇਹ ਚੀਜ਼ਾਂ ਨੇ। ਉੱਥੇ ਛੂਤ ਛਾਤ ਵਾਲੀ ਗੱਲ ਨਹੀਂ ਉਸ ਪੱਧਰ ਦੇ ਉੱਤੇ ਕਿ ਤੁਸੀਂ ਭਾਂਡਾ ਵੀ ਨਾ ਫੜੋ ਜਾਂ ਫਲਾਨਾ ਨਾ, ਪਰ ਜੇ ਅਜੇ ਵੀ ਦੇਸ਼ ਦੀ ਸਿਚੁਏਸ਼ਨ ਅਸੀਂ ਦੇਖਦੇ ਹਾਂ ਤੇ ਬਹੁਤ ਅਜੇ ਕੋਈ ਨਾਲ ਨੂੜ ਵਾਲੀ ਅਜੇ ਸਮਾਜਿਕ ਬਰਾਬਰੀ ਬਹੁਤ ਦੂਰ ਦੀ ਗੱਲ ਹੈ, ਦੇਖਣੀ ਉਸ ਲੈਵਲ ਤੇ ਪਏਗੀ।
ਪਰ ਨਾਲ ਦੀ ਨਾਲ ਇੱਕ ਗੱਲ ਹੋਰ ਹੈ ਕਿ ਜਿਹੜੇ ਪੋਲੀਟੀਸ਼ੀਅਨਾਂ ਨੇ ਵਾਅਦਾ ਕੀਤਾ ਸੀ ਅਸੀਂ 10 ਸਾਲ 'ਚ ਬਰਾਬਰੀ ਲਿਆ ਦਾਂਗੇ, 75 ਸਾਲ 'ਚ ਕਿਉਂ ਨਹੀਂ ਆਈ? ਵੱਖ-ਵੱਖ ਪਾਰਟੀਆਂ ਆਈਆਂ, ਵੱਖ-ਵੱਖ ਗੱਲਾਂ ਆਈਆਂ। ਸਭ ਤੋਂ ਬੜਾ ਕੁਐਸਚਨ ਉਹ ਹੈ, ਬੜਾ ਕੁਐਸਚਨ ਇਸ ਕਰਕੇ ਉਹ ਹੈ ਕਿ ਇੱਕ ਤਾਂ ਜਿਹੜਾ ਸੰਵਿਧਾਨ ਦੇ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਲਿਖੇ ਹੋਏ ਨੇ ਕਿ ਰਾਜ ਚਲਾਉਣਾ ਕਿਵੇਂ ਹੈ, ਦੇਸ਼ ਦਾ ਵੀ ਸੂਬਿਆਂ ਦਾ ਵੀ ਸਾਰਾ ਸ਼ਾਸਨ ਚਲਾਉਣਾ ਕਿਵੇਂ ਹੈ। ਉਹ ਉਧਰ ਨੂੰ ਜਾ ਰਿਹਾ ਹੈ ਕਿ ਵਿਦਿਅਕ ਪੱਧਰ ਤੇ ਬਰਾਬਰੀ ਦਾ ਸਵਾਲ, ਰੁਜ਼ਗਾਰ ਦੇ ਮੌਕਿਆਂ 'ਚ ਬਰਾਬਰੀ ਦਾ ਸਵਾਲ, ਸਾਧਨਾਂ ਤੇ ਕਬਜ਼ੇ ਦੇ ਤੌਰ ਤੇ ਹਿੱਸੇਦਾਰੀ ਦੇ ਤੌਰ ਤੇ ਬਰਾਬਰ ਦਾ ਸਵਾਲ, ਹਰ ਕਿਸਮ ਦਾ ਵਿਤਕਰਾ ਖਤਮ ਕਰਨ ਦਾ ਸਵਾਲ। ਉਹ ਇਹ ਕੁਝ ਪੁਆਇੰਟ, ਪਰ ਜਿਸ ਪਾਸੇ ਨੂੰ ਸਾਡਾ ਸ਼ਾਸਨ ਪ੍ਰਬੰਧ ਚੱਲਿਆ ਉਹਦੇ 'ਚ ਕੀ ਹੋਇਆ? ਅੱਜ ਵੀ ਜਿਹੜਾ ਰੌਲਾ ਹੁਣ ਤੱਕ ਅਸੀਂ ਪਹੁੰਚੇ ਹਾਂ, ਜਿਨ੍ਹਾਂ ਕੋਲ ਹੈ ਤੁਸੀਂ ਉਹਨਾਂ ਦਾ ਵੀ ਖੋਣ ਦੇ ਰਾਹ ਚੱਲ ਪਏ ਹੋ। ਹੁਣ ਕਾਰਪੋਰੇਟ ਡਿਵੈਲਪਮੈਂਟ ਦਾ ਦੌਰ ਹੈ ਤੇ ਨੌਕਰੀਆਂ ਸਰਕਾਰੀ ਕਿੰਨੀਆਂ ਕੁ ਨੇ? ਪੰਜਾਬ ਦੀ ਜੇਕਰ ਇੱਕ ਐਗਜ਼ਾਮਪਲ ਲਓ, ਮੰਨ ਹੁਣ 2,77,000 ਦੇ ਕਰੀਬ ਗੌਰਮੈਂਟ ਅਪਲਾਈ ਨੇ, ਬਾਕੀ ਪੈਨਸ਼ਨ ਹੋਣਗੇ ਉਹ 'ਚ ਰਿਜ਼ਰਵ ਵੀ ਨੇ, ਜਿਹੜੇ ਰਿਜ਼ਰਵੇਸ਼ਨ ਦੇ ਆਧਾਰ ਤੇ ਬਿਨਾਂ ਰਿਜ਼ਰਵੇਸ਼ਨ ਵੀ ਹੈ। 98 ਲੱਖ ਵਰਕ ਫੋਰਸ ਹੈ ਪੰਜਾਬ ਦੀ, ਰੁਜ਼ਗਾਰ ਤਾਂ 98 ਲੱਖ ਨੂੰ ਚਾਹੀਦਾ ਨਾ। 98 ਲੱਖ 'ਚੋਂ 2,77,000 ਨੂੰ ਲੈ ਕੇ ਉਹ 2,77,000 'ਚ ਵੀ ਸਾਰਾ ਪਰਿਵਾਰ ਨਹੀਂ ਹੋਏਗਾ, ਕਈ ਇੱਕ ਪਰਿਵਾਰਾਂ ਦੇ 4-4 ਵੀ ਨੇ, ਮਤਲਬ ਉਹ ਵੀ ਸਾਰੇ ਪਰਿਵਾਰ ਨਹੀਂ ਹੈ। 55 ਲੱਖ ਪਰਿਵਾਰਾਂ 'ਚੋਂ ਜੇ ਆਪਾਂ ਲਾਈਏ ਤਾਂ ਕਿੰਨੇ ਪਰਿਵਾਰਾਂ ਦੇ ਬੰਦੇ ਗੌਰਮੈਂਟ ਜੌਬ ਕਰਦੇ ਨੇ, ਤੇ ਉਹਦੇ 'ਚੋਂ ਫਿਰ ਸ਼ਡਿਊਲ ਕਾਸਟ ਲਾ ਲਿਓ ਕਿੰਨੇ ਕਰਦੇ ਨੇ, ਤੇ ਉਹਦੇ 'ਚੋਂ ਬਾਕੀ ਲਾ ਲਿਓ ਕਿੰਨੇ ਕਰਦੇ ਨੇ। 32% ਪਾਪੂਲੇਸ਼ਨ ਸ਼ਡਿਊਲ ਕਾਸਟ ਦੀ ਹੈ ਤੇ ਬਾਕੀ ਦੀ ਵੀ ਹੈ। ਉਹਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਮਿਲਦਾ? ਤੁਸੀਂ ਸਭ ਕੁਝ ਪ੍ਰਾਈਵੇਟ ਕਰ ਰਹੇ ਹੋ। ਪਹਿਲਾਂ 5 ਲੱਖ ਦੇ ਕਰੀਬ ਸੀ ਇਹ ਗਿਣਤੀ, ਉਹ ਲਗਾਤਾਰ ਘਟਦੀ ਜਾ ਰਹੀ ਹੈ। ਪ੍ਰਾਈਵੇਟ 'ਚ ਤਾਂ ਕੋਈ ਰਿਜ਼ਰਵੇਸ਼ਨ ਨਹੀਂ, ਕਿਸੇ ਪ੍ਰਾਈਵੇਟ ਜੌਬ 'ਚ ਰਿਜ਼ਰਵੇਸ਼ਨ ਨਹੀਂ, ਕਿਸੇ ਪ੍ਰਾਈਵੇਟ ਧੰਦੇ 'ਚ ਰਿਜ਼ਰਵੇਸ਼ਨ ਨਹੀਂ ਹੈ ਉਸ ਪੱਧਰ ਦੇ ਉੱਤੇ। ਤਾਂ ਕਿੰਨੇ ਕਿਤੇ ਤੁਸੀਂ ਲੜ ਰਹੇ ਹੋ, ਬਹੁਤ ਛੋਟੀ ਪਾਈ ਹੈ ਜਿਹਨੂੰ ਖਾਣਾ ਪਸੰਦ ਕਰਦੇ ਨੇ ਲੋਕ। ਤਾਂ ਅਸਲ ਦੇ ਵਿੱਚ ਸਭ ਤੋਂ ਬੜਾ ਕੁਐਸਚਨ ਕੀ ਹੈ? ਬੜਾ ਕੁਐਸਚਨ ਇਹ ਹੈ ਕਿ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ ਤੁਹਾਡਾ, ਜਿੱਧਰ ਨੂੰ ਸ਼ਾਸਕ ਤੁਹਾਡੇ ਲੈ ਕੇ ਗਏ ਵਿਕਾਸ ਦੇ ਤੌਰ ਤਰੀਕੇ ਨਾਲ, ਉਹ ਰੁਜ਼ਗਾਰ ਪੈਦਾ ਕਰਨ ਵਾਲਾ ਮਾਡਲ ਨਹੀਂ ਹੈ, ਉਹ ਰੁਜ਼ਗਾਰ ਖੋਹਣ ਵਾਲਾ ਮਾਡਲ ਹੈ। ਉਹ ਤੁਹਾਡੀ ਸਾਰੇ ਲੋਕਾਂ ਦੇ ਵਿਕਾਸ ਦਾ ਮਾਡਲ ਨਹੀਂ ਹੈ। ਕਹਿਣ ਨੂੰ ਹੈ, ਚਾਹੇ ਨਰਿੰਦਰ ਮੋਦੀ ਇਹ ਕਹਿਣ ਸਬਕਾ ਸਾਥ ਸਬਕਾ ਵਿਕਾਸ, ਉਹ ਸਬਕਾ ਵਿਕਾਸ ਨਹੀਂ, ਉਹ 1% ਦੇ ਵਿਕਾਸ ਤੇ 99% ਦੇ ਵਿਨਾਸ਼ ਦਾ ਮਾਡਲ ਹੈ। ਉਹਨਾਂ ਨੂੰ ਨਾਲ ਕੈਰੀ ਨਹੀਂ ਕਰਦਾ। ਹੁਣ ਤਾਂ ਚੰਗੇ ਭਲੇ ਜਿਹੜੇ ਸਾਰੇ ਕਿਤੇ ਪੜ੍ਹੇ ਲਿਖੇ ਬੰਦੇ ਨੇ, ਮਤਲਬ ਚਾਹੇ ਉਹ ਦਲਤਾਂ 'ਚ ਹੋਣ ਚਾਹੇ ਬਾਕੀਆਂ 'ਚ ਹੋਣ, ਤੁਰੇ ਫਿਰਦੇ ਨੇ ਨਾ ਜੌਬ ਦੇ ਲਈ। ਅੱਛਾ, ਵੈਸੇ ਇੱਕ ਹੋਰ ਸਵਾਲ ਹੈ ਕਿ ਹੁਣ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦਾ ਦੌਰ ਹੈ, ਬੜੀ ਚੀਜ਼ਾਂ ਲਿਖੀ ਜਾਂਦੀਆਂ ਨੇ, ਕਹਿੰਦੇ ਵੀ ਜੇ ਰਾਖਵਾਂ ਕਦਮ ਕਰਨਾ ਉਹ ਇੱਕ ਗਰੀਬ ਨੂੰ ਹੋਣਾ ਚਾਹੀਦਾ। ਮੈਂ ਹੁਣ ਜਿਵੇਂ ਸ਼ੁਰੂਆਤ 'ਚ ਇੱਕ ਸਵਾਲ ਕੀਤੀ ਸੀ ਵੀ ਕੋਈ ਵਿਅਕਤੀ ਗਰੀਬ ਹੈ, ਜਿਸ ਨੂੰ ਬਹੁਤ ਘੱਟ ਉਹਦੇ ਕੋਲ ਕਮਾਈ ਹੈਗੀ ਹੈ, ਜੋ ਉਸਦਾ ਮੁੰਡਾ ਸਕੂਲ ਜਾਣਾ ਚਾਹੁੰਦਾ ਹੈ, ਉਸ ਨੂੰ ਕਿਤਾਬਾਂ ਮੁਹੱਈਆ ਹੋਣੀ ਚਾਹੀਦੀਆਂ ਨੇ, ਜਾਤ ਨਹੀਂ ਹੋਣੀ ਚਾਹੀਦੀ। ਫਿਰ ਉਹ ਕੈਟਾਗਰੀ ਕਿਵੇਂ ਸਿਲੈਕਟ ਕਰਾਂਗੇ? ਜੇ ਆਪਾਂ ਜਾਤਾਂ ਨੂੰ ਛੱਡ ਦਈਏ, ਆਪਾਂ ਗਰੀਬ ਤੇ ਆ ਜਾਂਦੇ ਹਾਂ, ਜਾਤਾਂ ਨੂੰ ਰਹਿਣ ਦਿਓ। ਜੇ ਗਰੀਬ ਵਰਗ ਦੇ ਵਿਅਕਤੀ ਨੇ, ਚਾਹੇ ਉਹ ਜਨਰਲ ਹੈ, ਚਾਹੇ SC ਹੈ, ਚਾਹੇ ST ਹੈ, ਚਾਹੇ OBC ਕੋਈ ਵੀ ਹੈ, ਉਸ ਵਾਸਤੇ ਲਾਜ਼ਮੀ ਹੁੰਦਾ ਹੈ ਕਿ ਇਹ ਹੁਣ ਜਾਤ ਪਾਤ ਨੂੰ ਲੈ ਕੇ ਐਵੇਂ ਚੱਲਦਾ ਰਹੂਗਾ ਵੀ SC ST ਕੋਟਾ। ਇਹ ਸਰਕਾਰ ਇਸ 'ਤੇ ਕੁਛ ਕਰ ਸਕਦੀ ਹੈ ਵੀ ਨਹੀਂ ਅਸੀਂ ਗਰੀਬ ਨੂੰ ਦੇਣਾ, ਚਾਹੇ ਕਿਸੇ ਵੀ ਕੈਟਾਗਰੀ ਦਾ। ਪਰ ਉਹ ਗਰੀਬ ਦੀ ਪਛਾਣ ਕਿਵੇਂ ਹੋਊਗੀ? ਉਸ ਨੂੰ ਕੀ ਉਹਨਾਂ ਦੀ ਤਨਖਾਹ ਦੇ ਆਧਾਰ 'ਤੇ ਮੰਨਿਆ ਜਾਊਗਾ ਵੀ ਇੰਨਾ ਗਰੀਬ ਹੈ, ਇਸ ਨੂੰ ਅਸੀਂ ਰਾਖਵਾਂ ਕਰਨ ਦੇਣਾ? ਇਹ ਪਛਾਣ ਕਿਵੇਂ ਹੋਏਗੀ ਜੇ ਆਪਾਂ ਇਸ ਪਾਸੇ ਵੀ ਗੱਲ ਕਰੀਏ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਨਾਲ ਵਿਤਕਰਾ ਗਰੀਬ ਦੇ ਆਧਾਰ ਤੇ ਨਹੀਂ ਹੋਇਆ, ਵਿਤਕਰਾ ਜਾਤ ਦੇ ਆਧਾਰ ਤੇ ਹੋਇਆ। ਜਿਹੜੀ ਵੀ ਚੀਜ਼ ਦੀ ਗੱਲ ਹੁੰਦੀ ਹੈ ਨਾ, ਜਦੋਂ ਮੰਗ ਹੁੰਦੀ ਹੈ ਜਾਂ ਰੱਖੀ ਜਾਂਦੀ ਹੈ, ਵਿਤਕਰਾ ਕਾਹਦੇ ਆਧਾਰ ਤੇ ਹੋਇਆ? ਗਰੀਬ ਦੇ ਤੌਰ ਤੇ ਵੀ ਉਹਦੇ ਨਾਲ ਵਿਤਕਰਾ ਹੋਇਆ, ਕਿਉਂਕਿ ਉਹ ਗਰੀਬ ਤਾਂ ਹੈ ਹੀ ਆਰਥਿਕ ਤੌਰ ਤੇ ਦੂਜਿਆਂ ਦੇ ਕੰਪੈਰੇਟਿਵਲੀ। ਉਹਦੇ ਨਾਲ ਜਾਤ ਦੇ ਆਧਾਰ ਤੇ ਵਿਤਕਰਾ ਹੋਇਆ, ਉਹਦੇ ਨਾਲ ਵਿਦਿਅਕ ਤੌਰ ਤੇ ਵਿਤਕਰਾ ਹੋਇਆ, ਉਹਦੇ ਨਾਲ ਸਮਾਜਿਕ ਤੌਰ ਤੇ ਵਿਤਕਰਾ ਹੋਇਆ, ਸਾਰੀਆਂ ਚੀਜ਼ਾਂ ਹੋਈਆਂ ਨੇ। ਤਾਂ ਜਾਤ ਆਧਾਰ ਤੇ ਰਿਜ਼ਰਵੇਸ਼ਨ ਕਿਉਂ ਨਹੀਂ? ਉਹ ਅਛੂਤ ਦਾ ਸਵਾਲ ਹੈ। ਹਾਂ, ਜਿਹੜੀ OBC ਦੀ ਰਿਜ਼ਰਵੇਸ਼ਨ ਹੈ ਜਾਂ ਕਿਸੇ ਟਾਈਪ ਦੀ ਹੋਰ ਰਿਜ਼ਰਵੇਸ਼ਨ ਹੈ, ਉਹ ਰਿਜ਼ਰਵੇਸ਼ਨ ਬਿਲਕੁਲ ਇਕਨੋਮਿਕ ਹੋਣੀ ਚਾਹੀਦੀ ਹੈ। ਸ਼ਡਿਊਲ ਕਾਸਟ ਨਾਲ ਜਿਹੜਾ ਹਿਸਟੋਰੀਕਲ ਵਿਤਕਰਾ ਹੈ, ਇਤਿਹਾਸਕ ਵਿਤਕਰਾ ਹੈ, ਜਿਹੜਾ ਵਿਤਕਰਾ ਹੀ ਜਾਤ ਦੇ ਆਧਾਰ ਤੇ, ਜਿਹੜੀ ਰਿਐਲਿਟੀ ਨੂੰ ਸਾਡੀਆਂ ਬਹੁਤ ਧਿਰਾਂ ਨੇ, ਚਾਹੇ ਉਹ ਖੱਬੇ ਪੱਖੀ ਸੀ ਚਾਹੇ ਦੂਜੀਆਂ ਸੀ, ਜਿਹੜੀਆਂ ਐਡਰੈਸ ਨਹੀਂ ਕਰ ਪਾਈਆਂ। ਜਿਹੜਾ ਵੱਡੇ ਪੱਧਰ ਤੇ ਮਾਮਲਾ, ਜਿਹੜੇ ਕਹਿੰਦੇ ਨੇ ਕਲਾਸ ਦਾ ਇਕੱਲਾ ਮਾਮਲਾ ਹੈ ਜੀ, ਉਹ ਕਹਿੰਦੇ ਨੇ ਵੀ ਕਿੱਤੇ ਦਾ ਮਾਮਲਾ, ਬਾਕੀ ਛੱਡ ਦਿਓ ਬਾਕੀ ਚੀਜ਼ਾਂ। ਨਹੀਂ, ਹਿਸਟਰੀ ਨੂੰ ਤੁਸੀਂ ਰੌਂਦ ਕੇ ਨਹੀਂ ਲੰਘ ਸਕਦੇ, ਉਹਦੇ ਨਾਲ ਸੰਵਾਦ ਰਚਾ ਕੇ ਅੱਗੇ ਜਾਣਾ ਪਏਗਾ। ਔਰ ਹਾਂ, ਇੱਕ ਗੱਲ ਜ਼ਰੂਰ ਹੈ, ਜਿਹੜੀ ਗੱਲ ਸੋਚਣੀ ਚਾਹੀਦੀ ਇੱਕ ਖਾਸ ਪੜਾਅ ਤੋਂ ਬਾਅਦ ਆ ਕੇ, ਕਿ ਜਿਹੜੀ ਰਿਜ਼ਰਵੇਸ਼ਨ ਦੇ ਕੇ ਵੀ ਇੱਕ ਬਹੁਤ ਕੁਲੀਨ ਜਿਹਾ ਵਰਗ ਥੋੜ੍ਹਾ ਜਿਹਾ ਉਹਦੇ ਨਾਲ ਉੱਪਰ ਆਇਆ, ਬਹੁਤ ਵੱਡੇ ਪੱਧਰ 'ਤੇ ਜ਼ਿਆਦਾ ਨਹੀਂ ਆਇਆ। ਤਾਂ ਇੱਕ ਗੱਲ ਮਤਲਬ ਵਾਜਬ ਗੱਲ ਕਹੀ ਜਾ ਸਕਦੀ ਹੈ ਇਸ ਤੋਂ ਬਾਅਦ, ਜੇਕਰ ਗੱਲਬਾਤ ਹੋਵੇ ਕਿ ਜਿਹੜੇ ਬੰਦੇ ਉੱਭਰ ਗਏ ਇੱਕ ਖਾਸ ਮਾਮਲੇ ਦੇ ਵਿੱਚ, ਮੰਨ ਲਓ IAS ਅਫਸਰ ਬਣ ਗਏ, ਮਿਨਿਸਟਰ ਬਣ ਗਏ, ਕੋਈ ਈਵਨ ਟੀਚਰ ਵੀ ਬਣ ਗਿਆ, ਕੋਈ ਵੱਡੇ ਬਣ ਗਏ, ਤਾਂ ਇਹ ਗੱਲ ਜ਼ਰੂਰ ਮੇਰੇ ਖਿਆਲ ਨਾਲ ਕਰਨੀ ਚਾਹੀਦੀ ਹੈ
ਕਿ ਉਹਦਾ ਪਰਿਵਾਰ ਛੱਡ ਕੇ ਉਸੇ ਕੈਟਾਗਰੀ 'ਚੋਂ ਫਿਰ ਨਵਿਆਂ ਨੂੰ ਮਿਲੇ, ਤਾਂ ਕਿ ਪਰਿਵਾਰ ਨੂੰ ਨਾ ਮਿਲੇ, ਉਹਦੇ ਨੂੰ ਨਾ ਮਿਲੇ, ਤਾਂ ਕਿ ਕਿਤੇ ਜਾ ਕੇ ਖਤਮ ਤਾਂ ਹੋਏ ਨਾ। ਹੁਣ ਕੀ ਹੋ ਰਿਹਾ ਹੈ, ਉਹ ਵੱਡੇ ਵਰਗ ਦੇ ਨਾਂ 'ਤੇ ਹੁਣ ਜਿਹੜੇ ਬੰਦੇ ਪੜ੍ਹ ਹੀ ਲਿਖ ਨਹੀਂ ਸਕਦੇ, ਹੁਣ ਸਵਾਲ ਇਹ ਪੈਦਾ ਹੋ ਗਿਆ ਜਿਹੜਾ ਨਵਾਂ ਕੰਪੀਟੀਸ਼ਨ ਆ ਰਿਹਾ, ਜਿਹੜੇ ਬੰਦੇ ਕੋਲ ਪੈਸੇ ਆ ਗਏ, ਜਿਹੜਾ ਬੰਦੇ ਦਾ ਹਾਲਾਤ ਠੀਕ ਹੋ ਗਏ ਸਾਰੇ, ਤੇ ਜੇਕਰ ਉਹ ਬੰਦੇ ਦੇ ਬੱਚੇ ਕਿੱਥੇ ਪੜ੍ਹਦੇ ਨੇ ਤੇ ਇੱਕ ਗਰੀਬ ਦਲਿਤ ਤੇ ਗਰੀਬ ਦੂਜੇ ਬੰਦੇ ਦੇ ਬੱਚੇ ਕਿੱਥੇ ਪੜ੍ਹਦੇ ਨੇ, ਇਹ ਤਾਂ ਆਟੋਮੈਟਿਕਲੀ ਲੈਵਲ ਪਲੇਇੰਗ ਫਿਰ ਜੇ ਉਹਦਾ ਬੱਚਾ ਉੱਥੇ ਪੜ੍ਹ ਰਿਹਾ ਉਸੇ ਸਕੂਲ 'ਚ, ਦੂਨ ਸਕੂਲ 'ਚ, ਫਲਾਣੇ ਵਧੀਆ 'ਚ ਤੇ ਦੂਜੇ ਦਾ ਵੀ, ਤਾਂ ਉਹਦੇ ਬੱਚੇ ਨੂੰ ਤਾਂ ਇੱਕ ਮੌਕਾ ਬਰਾਬਰ ਮਿਲ ਰਿਹਾ ਨਾ, ਤਾਂ ਉਹਨੂੰ ਬਰਾਬਰ ਦੇ ਕੰਪੀਟੀਸ਼ਨ 'ਚ ਜਾਣ ਲਈ ਕਹਿਣਾ ਚਾਹੀਦਾ। ਤੇ ਜਿਹੜੇ ਉਹ ਪਰਿਵਾਰ ਰਹਿ ਗਏ ਪਿੱਛੇ, ਜਿਹੜੇ ਅਜੇ ਤੱਕ ਕਿਤੇ ਨੇੜੇ ਤੇੜੇ ਨਹੀਂ, ਕਿਉਂਕਿ ਅਜੇ ਵੀ ਬਹੁਤ ਵੱਡਾ ਹਿੱਸਾ ਦਾ ਬੱਚਾ ਤਾਂ 10ਵੀਂ ਕ੍ਰਾਸ ਨਹੀਂ ਕਰਦਾ, ਕਾਲਜ ਜਾ ਹੀ ਨਹੀਂ ਸਕਦਾ, ਰਿਸਰਚ 'ਚ ਜਾ ਹੀ ਨਹੀਂ ਸਕਦਾ, ਤੇ ਜੇ ਉਹਦੇ ਲਈ ਉਹ ਮਾਹੌਲ ਪੈਦਾ ਨਹੀਂ ਹੁੰਦਾ ਤੇ ਉਹ ਪੈਦਾ ਕਰਨਾ ਚਾਹੀਦਾ ਤਾਂ ਕਿ ਉਹਦੇ ਤੱਕ ਵੀ ਜਾਵੇ। ਤੇ ਜਾਤਾਂ ਦੇ ਵਿੱਚ ਵੀ ਵਖਰੇਵੇਂ ਨੇ, ਜਿਵੇਂ ਹੁਣ 39 ਜਾਤਾਂ ਕੱਲੀਆਂ ਜਿਹੜੀਆਂ ਅਨੁਸੂਚਿਤ ਜਾਤੀ ਦੀਆਂ ਪੰਜਾਬ ਦੇ ਵਿੱਚ ਨੇ, ਇਹਦੇ ਵਿੱਚੋਂ ਵੀ ਜੇਕਰ ਅਸੀਂ ਡਿਸਾਈਡ ਕਰੀਏ ਤਾਂ ਮਜ਼੍ਹਬੀ ਸਿੱਖ ਜਿਹੜੇ ਨੇ ਜਾਂ ਮਜ਼੍ਹਬੀ ਜਿਹੜੇ ਬੰਦੇ ਨੇ ਉਹ ਬਹੁਤ ਪਿੱਛੇ ਨੇ, ਕਿਉਂਕਿ ਉਹ ਸਫਾਈ ਮਜ਼ਦੂਰ ਨੇ, ਜ਼ਿਆਦਾ ਪੜ੍ਹਾਈ ਲਿਖਾਈ 'ਚ ਵੀ ਪਿੱਛੇ ਨੇ, ਤਾਂ ਉਸ ਰਿਜ਼ਰਵੇਸ਼ਨ ਦੇ ਵਿੱਚ ਉਹ ਵੀ ਬਰਾਬਰ ਨਹੀਂ ਆ ਰਹੇ ਉਸੇ ਜਾਤੀ ਰਿਜ਼ਰਵੇਸ਼ਨ ਦੇ ਵਿੱਚ। ਤੇ ਜੇ ਲੈਵਲ ਪਲੇਇੰਗ ਫੀਲਡ ਦਾ ਜਿਹੜਾ ਸਵਾਲ ਹੁੰਦਾ ਹੈ, ਸਭ ਦੀ ਪੜ੍ਹਾਈ ਤੇ ਬਾਕੀ ਦਾ ਖਿਆਲ ਤਾਂ ਰੱਖਣਾ ਹੀ ਚਾਹੀਦਾ। ਕੱਲੀ ਰਿਜ਼ਰਵੇਸ਼ਨ ਉਹਨਾਂ ਨੂੰ ਪੜ੍ਹਾਈ ਨਹੀਂ ਦੇ ਦੇਊਗੀ, ਰਿਜ਼ਰਵੇਸ਼ਨ ਉਹਨੂੰ ਦਿੱਤੀ ਹੋਈ ਹੈ ਕਿ ਤੋਂ ਪੈਸਾ ਨਹੀਂ ਲੈਂਦੇ, ਸਰਕਾਰੀ ਸਕੂਲਾਂ 'ਚ ਪੜ੍ਹਾਈ ਜਾਂ ਤੂੰ ਜਵਾਕ, ਪਰ ਬਾਕੀ ਸਾਰੇ ਅਮੀਰ ਬੰਦਿਆਂ ਦੇ ਜਵਾਕ ਤਾਂ ਕਿਤੇ ਹੋਰ ਚਲੇ ਗਏ। ਤੁਸੀਂ ਇਹ ਕਹਿ ਰਹੇ ਹੋ ਵੀ ਕਿ ਐਸਸੀ ਕੈਟਾਗਰੀ ਜਾਂ ਓਬੀਸੀ ਵਿੱਚ ਕੋਈ ਵੀ ਵਿਅਕਤੀ ਆਈਪੀਐਸ ਅਫਸਰ ਬਣ ਜਾਂਦਾ, ਉਹਨਾਂ ਦੇ ਬੱਚਿਆਂ ਨੂੰ ਅੱਗੇ ਰਿਜ਼ਰਵੇਸ਼ਨ ਨਹੀਂ ਮਿਲਣੀ ਚਾਹੀਦੀ, ਵੱਖ-ਵੱਖ ਨਹੀਂ ਹੋਣਾ ਚਾਹੀਦਾ। ਬਿਲਕੁਲ, ਉਹ ਕਰੀਮੀ ਲੇਅਰ ਦਾ ਇੱਕ ਕਨਸੈਪਟ ਹੈ, ਦੇਸ਼ 'ਚ ਡਿਬੇਟ ਵੀ ਚੱਲੀ ਕਿ ਇੱਕ ਕਰੀਮੀ ਲੇਅਰ ਪੈਦਾ ਹੋ ਜਾਂਦੀ ਹੈ, ਕਿ ਉਹ ਕਰੀਮੀ ਲੇਅਰ ਜੇ ਉੱਪਰ ਚਲੀ ਗਈ, ਜੇ ਉਹਦੇ ਮੁਤਾਬਕ ਉੱਥੇ ਤੱਕ ਪਹੁੰਚ ਗਈ ਹੈ, ਤਾਂ ਨਵੇਂ ਬੰਦਿਆਂ ਨੂੰ ਕਰੀਮੀ ਲੇਅਰ 'ਚ ਲਿਆਓ, ਨਾ ਕਿ ਉਹੀ ਕਰੀਮੀ ਲੇਅਰ ਦੇ ਸਾਰਾ ਕੁਝ ਚੱਲਦਾ ਰਹੇ, ਕਿਉਂਕਿ ਉਹਦੀਆਂ ਰਿਸ਼ਤੇਦਾਰੀਆਂ ਵੀ ਥੋੜ੍ਹੀ ਜਿਹੀ ਅਮੀਰੀ 'ਚ ਚਲੀਆਂ ਜਾਂਦੀਆਂ ਨੇ, ਉਹ ਸਾਰੀਆਂ ਚੀਜ਼ਾਂ ਉੱਥੇ ਚਲੀਆਂ ਜਾਂਦੀਆਂ ਨੇ, ਉਹਦਾ ਦਾਇਰਾ ਤਾਂ ਇੱਕ ਉਸ ਲੈਵਲ 'ਤੇ ਵੱਧ ਜਾਂਦਾ। ਅਤੇ ਅਗਲੀ ਗੱਲ ਇੱਕ ਹੋਰ ਹੈ ਇਸੇ ਰਿਜ਼ਰਵੇਸ਼ਨ 'ਤੇ, ਮੈਨੂੰ ਇਹ ਲੱਗਦਾ ਕਿ ਜਿਹੜੀ ਇਹ ਮਾਰੀ ਹੈ ਕਿ ਹੁਣ ਰਿਜ਼ਰਵੇਸ਼ਨ ਦੇ ਮਗਰ ਹੀ ਪੈ ਗਿਆ OBC ਵੀ ਤੇ ਜਨਰਲ ਵਰਗ ਵੀ ਤੇ ਬਾਕੀ ਵੀ, ਉਹਨੂੰ ਇਹ ਸਮਝਣਾ ਚਾਹੀਦਾ ਕਿ ਰਿਜ਼ਰਵੇਸ਼ਨ ਤੁਹਾਡਾ ਇਲਾਜ ਨਹੀਂ ਹੈ। ਬਾਕੀ ਜਾਤ ਦੇ ਆਧਾਰ 'ਤੇ, ਅਨੁਸੂਚਿਤ ਜਾਤੀ ਤੋਂ ਬਿਨਾਂ ਬਾਕੀ ਕੋਈ ਰਿਜ਼ਰਵੇਸ਼ਨ ਜਾਤ ਦੇ ਆਧਾਰ 'ਤੇ ਨਹੀਂ ਹੋਣੀ ਚਾਹੀਦੀ, ਇਕਾਨਮੀ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ। ਦਲਿਤ ਵਰਗ ਦੇ ਵਿੱਚ ਜਾਤ ਦੇ ਨਾਲ ਇਕਾਨਮੀ ਲਾ ਦੇਣੀ ਚਾਹੀਦੀ ਹੈ, ਆਰਥਿਕਤਾ ਉੱਥੇ ਲਾਉਣੀ ਚਾਹੀਦੀ ਹੈ ਜਿੱਥੇ ਉਹ ਨਿਕਲ ਗਿਆ, ਇਹਦਾ ਮਤਲਬ ਆਰਥਿਕ ਤੌਰ 'ਤੇ ਉੱਪਰ ਹੋ ਕੇ ਉਹਨੂੰ ਕੱਢ ਦੇਣਾ ਚਾਹੀਦਾ ਤਾਂ ਕਿ ਨਵਿਆਂ ਤੱਕ ਜਾਵੇ। ਤੇ ਇਹਦੇ ਨਾਲ ਦੀ ਨਾਲ ਇੱਕ ਗੱਲ ਹੋਰ ਜਿਹੜੀ ਗੱਲ ਹੈ, ਹੁਣ ਤਾਂ ਇਹਦੋਂ ਉਲਟ ਹੋ ਗਈ, ਹੁਣ ਰਿਜ਼ਰਵੇਸ਼ਨ ਅਮੀਰ ਲਈ ਹੋ ਗਈ, ਗਰੀਬ ਲਈ ਤਾਂ ਹੋਈ ਨਹੀਂ। ਜਿਹੜੇ ਕਰੂਸ਼ਲ ਕੋਰਸ, ਹੁਣ ਮੰਨ ਲਓ PM ਨੀਟ ਦਾ ਇਗਜ਼ਾਮ ਹੈ, ਮੈਡੀਕਲ ਕਾਲਜਾਂ 'ਚ ਜਾਂਦਾ, ਤਾਂ ਮੈਡੀਕਲ ਕਾਲਜਾਂ ਦੇ ਵਿੱਚ ਜਿੰਨੇ ਪ੍ਰਾਈਵੇਟ ਇੰਸਟੀਚਿਊਟ ਨੇ ਜਾਂ ਬਾਕੀ ਗੱਲ ਨੇ, ਉੱਥੇ ਕੋਟਾ ਰੱਖਿਆ ਹੋਇਆ, ਮੈਨੇਜਮੈਂਟ ਕੋਟਾ। ਉਹ ਕੀ ਹੈ ਕਿ ਜੇ ਡਾਲਰਾਂ ਦੇ ਵਿੱਚ ਇੰਨੇ ਪੈਸੇ ਤੁਹਾਡੇ ਕੋਲ ਹੈਗੇ, ਤੁਹਾਡੇ ਬੱਚੇ ਦੇ ਜਿੰਨੇ ਮਰਜ਼ੀ ਨੰਬਰ ਨੇ, ਤੁਹਾਡੀ ਸੁਰੱਖਿਅਤ ਸੀਟ ਹੈ। ਹੁਣ ਪੈਸੇ ਨਾਲ ਰਿਜ਼ਰਵੇਸ਼ਨ ਹੋ ਗਈ ਹੈ, ਉਹ ਤਾਂ ਛੱਡ ਦਿਓ ਦੂਜੀ ਰਿਜ਼ਰਵੇਸ਼ਨ, ਇਹ ਨਵੀਂ ਰਿਜ਼ਰਵੇਸ਼ਨ ਦਾ ਦੌਰ ਹੈ। ਮੈਂ ਕਹਿੰਦਾ ਕਾਰਪੋਰੇਟ ਦਾ ਦੌਰ ਹੈ, ਇੱਥੇ ਕੋਈ ਗਰੀਬ ਅਮੀਰ ਜੇ ਉਹ ਤਾਂ ਰੌਂਦ ਕੇ ਲੰਘਣ ਵਾਲਾ, ਉਹਨਾਂ ਬੰਦਿਆਂ ਨੂੰ ਵੀ ਜਿਹੜੇ ਡੱਲ ਬਲ ਕੇ ਪੈਦਾ ਹੁੰਦੇ ਨੇ, ਜਿਹੜੇ ਲੋਕ ਜਨਰਲ ਕੈਟਾਗਰੀ ਦੇ ਇਹ ਕਹਿ ਰਹੇ ਨੇ ਉਹਨਾਂ ਨੇ ਵੀ ਉਹ ਡੱਲ ਡਾਕਟਰ ਆ ਜਾਂਦਾ, ਘੱਟ ਨੰਬਰਾਂ ਵਾਲਾ ਜਾ ਜਾਂਦਾ ਜਾਂ ਫਲਾਨਾ, ਉਹਨੂੰ ਤਾਂ ਸਿਖਾਇਆ ਜਾ ਸਕਦਾ, ਉਹ ਤਾਂ ਗਰੀਬੀ 'ਚੋਂ ਜੇ ਕੋਈ ਆਉਂਦਾ ਵੀ ਆ ਮੰਨ ਲਓ ਕਿਸੇ ਖਾਸ ਹੱਦ ਤੱਕ। ਪਰ ਜਿਹੜਾ ਅਮੀਰ ਮਾਂ-ਬਾਪ ਦਾ ਬੰਦਾ ਆਉਂਦਾ ਹੈ, ਉਹ ਵਿਗੜ ਕੇ ਉਸ ਰੂਪ 'ਚ ਆਉਂਦਾ ਹੈ, ਉਹਨੂੰ ਸਾਰੀਆਂ ਸਹੂਲਤਾਂ ਮਿਲਣ ਦੇ ਬਾਵਜੂਦ ਜੇ ਉਹ ਕੰਪੀਟ ਨਹੀਂ ਕਰ ਪਾਉਂਦਾ ਤਾਂ ਉਹ ਉਦੋਂ ਨਲਾਇਕ ਹੈ ਨਾ। ਉਹ ਕਿਵੇਂ PMT 'ਚ ਚਲਾ ਜਾਂਦਾ ਵਾਧੂ ਪੈਸੇ ਦੇ ਕੇ ਕਿ ਉਹਦੇ ਕੋਲ 1 ਕਰੋੜ ਰੁਪਈਆ ਤੇ ਕਰੋੜ ਦੇ ਤਾਂ ਮੇਰੀ ਸੀਟ ਰਿਜ਼ਰਵ ਹੋ ਗਈ। ਇਹ ਕਿਹੜੀ ਰਿਜ਼ਰਵੇਸ਼ਨ ਹੈ? ਇਹ ਖਤਰਨਾਕ ਰਿਜ਼ਰਵੇਸ਼ਨ ਹੈ, ਖਤਰਨਾਕ ਪੈਸੇ ਵਾਲੀ ਕਹਿੰਦੇ ਹੋ ਤੁਸੀਂ, ਪੈਸੇ ਵਾਲੀ। ਇਹਦੀ ਜੇਬ 'ਚ ਪੈਸੇ ਨੇ ਤੇ ਤੁਸੀਂ ਉੱਥੇ ਜਾ ਰਹੇ ਹੋ। ਦੂਜੀ ਗੱਲ, ਕਿੰਨੇ ਹੀ ਗਰੀਬ ਬੰਦਿਆਂ ਦੇ ਬੱਚੇ ਉਹ ਮੈਰਿਟ ਲਿਸਟ 'ਚ ਆਉਂਦੇ ਨੇ ਉਸੇ PMT ਦੀ 'ਚ, ਪਰ ਉਹਦੀ ਜੇਬ 'ਚ ਇੰਨੇ ਪੈਸੇ ਨਹੀਂ, 30-30 ਲੱਖ ਰੁਪਇਆ ਜਿੰਨੀਆਂ ਫੀਸਾਂ ਰੱਖੀਆਂ ਨੇ ਤੁਸੀਂ ਕਾਲਜਾਂ ਦੇ ਵਿੱਚ, ਉਹ ਸਰੈਂਡਰ ਕਰਦੇ ਨੇ ਆਪਣੀਆਂ ਸੀਟਾਂ। ਔਰ ਕਈ ਡਾਕਟਰੀ ਦੇ ਵਿੱਚ ਜਾ ਸਕਦੇ ਨੇ, ਕੋਈ ਨਰਸਿੰਗ 'ਚ ਆ ਜਾਂਦਾ, ਕੋਈ ਉਦੋਂ ਹੇਠ ਆ ਜਾਂਦਾ, ਕੋਈ ਉਹਦੇ ਜੋਗਾ ਹੀ ਨਹੀਂ ਹੁੰਦਾ। ਤੁਸੀਂ ਕਿਹੜੇ ਟੈਲੈਂਟ ਤੇ ਕਿਹੜੇ ਮੈਰਿਟ ਦੀ ਗੱਲ ਕਰਦੇ ਹੋ? ਮੈਰਿਟ ਹੁਣ ਪੈਸੇ ਨਾਲ ਜੋੜ ਦਿੱਤੀ ਗਈ ਹੈ, ਮੈਰਿਟ ਹੁਣ ਦੂਜੀ ਗੱਲ ਨਾਲ ਨਹੀਂ ਜੁੜੀ ਹੋਈ, ਜਿਹੜੀ ਗੱਲ ਦੀ ਆਪਾਂ ਗੱਲ ਕਰਦੇ ਉਹਦਾ ਇੱਕ ਹਿੱਸਾ ਹੈਗਾ ਉਸ ਨਾਲ ਜੁੜਿਆ ਹੋਇਆ ਜਿੰਨਾ ਹੈ, ਪਰ ਸਾਨੂੰ ਉਹਦਾ ਵਿਰੋਧ ਉਸ ਲੈਵਲ 'ਤੇ ਨਹੀਂ ਦਿਖਾਈ ਦਿੰਦਾ ਕਦੇ। ਇਸ ਕਰਕੇ ਸਭ ਤੋਂ ਬੜਾ ਕੁਐਸਚਨ ਇਨਸਾਫ ਦਾ ਜਿਹੜਾ ਕੁਐਸਚਨ ਹੈ, ਸਭ ਤੋਂ ਬੜੀ ਗੱਲ ਇਹ ਹੈ ਕਿ ਸਾਡੇ ਬੱਚੇ ਜਿਹੜੇ ਇੱਥੋਂ ਉੱਜੜ ਕੇ ਜਾ ਰਹੇ ਨੇ, ਜਿਹੜੇ ਆਈਲੈਟਸ ਕਰਦੇ ਨੇ ਤੇ ਬਾਹਰ ਜਾ ਰਹੇ ਨੇ, ਉੱਥੇ ਕੀ ਬਣਦੇ ਨੇ, ਕਿਹੜੀਆਂ ਜੌਬ ਲੱਭ ਰਹੇ ਨੇ? ਦਿਹਾੜੀਦਾਰ ਮਜ਼ਦੂਰ ਹੀ ਬਣ ਰਹੇ ਨੇ, ਵੱਧ ਤੋਂ ਵੱਧ ਕੋਈ ਡਰਾਈਵਰ ਬਣ ਰਿਹਾ, ਕੋਈ ਸਟੋਰਾਂ 'ਤੇ ਕੰਮ ਕਰਨ ਵਾਲਾ ਬੰਦਾ, ਕੋਈ ਸਵੀਪਰ ਬਣ ਰਿਹਾ ਜਾ ਕੇ ਏਅਰਪੋਰਟਾਂ 'ਤੇ ਜਾਂ ਬਾਕੀ ਦੇ
ਜਿੱਥੇ ਕਿਤੇ ਜਾਂਦੇ ਨੇ ਤੇ ਉੱਥੇ ਕਿਉਂ ਜਾ ਰਹੇ ਨੇ? ਉੱਥੇ ਤਾਂ ਕੋਈ ਇਹ ਨਹੀਂ, ਕੋਈ ਨਾ ਕੋਈ ਐਸਸੀ ਨਾ ਕੋਈ ਜਨਰਲ, ਨਾ ਸਾਰੇ, ਸਭ ਜਨਰਲ ਦੇ ਵੀ ਜਾ ਰਹੇ ਨੇ, ਮੈਜੋਰਟੀ ਜਨਰਲ ਦੇ ਹੀ ਜਾ ਰਹੇ ਨੇ ਕਿਉਂਕਿ ਉਹਨਾਂ ਕੁ ਪੈਸਾ ਉਹਨਾਂ ਦੇ ਕੋਲ ਹੈ। ਉੱਥੇ ਜਾ ਕੇ ਉਹ ਨੌਕਰੀ ਤੇ ਕਰਨ ਲਈ ਉੱਧਰ ਜਾ ਰਹੇ ਨੇ। ਇਹਦਾ ਮਤਲਬ ਕੀ ਹੈ? ਕਿਉਂਕਿ ਜਿੰਨੇ ਬੰਦੇ ਆਪਣੀ ਯੋਗਤਾ ਮੁਤਾਬਕ ਰੁਜ਼ਗਾਰ ਵਾਸਤੇ ਪੈਦਾ ਹੋ ਰਹੇ ਨੇ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਉਹਦੇ ਬਰਾਬਰ ਰੁਜ਼ਗਾਰ ਤੁਸੀਂ ਪੈਦਾ ਨਹੀਂ ਕਰ ਪਾ ਰਹੇ। ਉਹਦੇ ਬਰਾਬਰ ਰੁਜ਼ਗਾਰ ਕਿਉਂ ਪੈਦਾ ਨਹੀਂ ਕਰ ਪਾ ਰਹੇ ਕਿ ਜਿਹੜਾ ਤੁਹਾਡੇ ਕੋਲ ਤਰੀਕਾ ਹੈ ਇਕਨੋਮਿਕਸ ਦਾ, ਜਿਹੜਾ ਤੁਹਾਡੇ ਕੋਲ ਤਰੀਕਾ ਹੈ ਨੌਕਰੀਆਂ ਕੱਢਣ ਦਾ, ਜਿਹੜਾ ਤੁਹਾਡੇ ਕੋਲ ਲਈ ਫਿਰਦੇ ਹੋ ਤੁਸੀਂ ਚੀਜ਼ਾਂ, GDP ਇੰਨੀ ਹੋਗੀ, GDP ਨਹੀਂ ਹੋਗੀ, ਉਹ ਅਸਫਲ ਹੋ ਚੁੱਕੇ ਆ, ਫੇਲ ਹੋ ਚੁੱਕੇ ਆ। ਉਹ ਨਹੀਂ ਨੌਕਰੀਆਂ ਪੈਦਾ ਕਰਦਾ। ਉਹ ਤੁਹਾਡੀ ਰੋਜੀ ਰੋਟੀ ਦਾ ਲੜਨਾ ਉਸ ਪਾਸੇ ਚਾਹੀਦਾ। ਸਟੇਟ ਇਹ ਚਾਹੂਗੀ ਹਮੇਸ਼ਾ ਹੀ ਕਿ ਤੁਸੀਂ ਆਪਸ 'ਚ ਲੜੋ, ਜਾਤੀ ਆਧਾਰ 'ਤੇ ਲੜੋ, ਤੁਸੀਂ ਧਾਰਮਿਕ ਆਧਾਰ 'ਤੇ ਲੜੋ, ਤੁਸੀਂ ਉਹ ਵੱਡੀ ਲੜਾਈ ਦਾ ਹਿੱਸਾ ਨਾ ਬਣੋ ਜਿਹੜੀ ਲੜਾਈ ਨੂੰ ਹੁਣ ਲੜਿਆ ਜਾ ਰਿਹਾ ਕਿਸਾਨ ਅੰਦੋਲਨ ਦੇ ਥਰੂ, ਕਾਰਪੋਰੇਟ ਦੇ ਮਾਡਲ ਨੂੰ ਚੁਣੌਤੀ ਜਿਹੜੇ 'ਚ ਦਿੱਤੀ ਜਾ ਰਹੀ ਹੈ ਉਸ ਦੇ ਥਰੂ, ਔਰ ਜਿਹੜੀ 'ਚ ਸਾਡੇ ਇੱਕ ਮਤਲਬ ਸਾਡਾ ਸਿਧਾਂਤ ਹੈ ਮਾਨਸਿਕ ਕੀ ਜਾਤ ਸਭ ਹੈ ਇੱਕ ਪਹਿਚਾਨ ਬੋਧੀ, ਜਿਹੜਾ ਇੱਕ ਨਜ਼ਰੀਆ ਹੈ, ਜਿਹੜਾ ਸਰਬੱਤ ਦੇ ਭਲੇ ਦਾ ਨਜ਼ਰੀਆ ਹੈ, ਜਿਹੜਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਆਂ ਕੋਈ ਰੀਸ ਦਾ ਨਜ਼ਰੀਆ ਹੈ। ਜੇ ਉਹ ਗਲਵੱਕੜੀ 'ਚ ਲੈ ਜਾਣਗੇ ਸਾਰੇ ਦੇ ਸਾਰੇ ਬੰਦੇ, ਅਛੂਤਪਾਲ ਖਤਮ ਹੋਏਗਾ ਤਾਂ ਆਟੋਮੈਟਿਕਲੀ ਇਹ ਚੀਜ਼ਾਂ ਖਤਮ ਹੋ ਜਾਣਗੀਆਂ ਤਾਂ ਸਾਰੇ ਲੋਕ ਭਾਈਚਾਰਕ ਤੌਰ 'ਤੇ ਲੜਨਗੇ। ਵੱਡਾ ਸਵਾਲ ਇਹ ਹੈ, ਹਾਂ ਇਹ ਕੋਈ ਫਾਲਟ ਲਾਈਨ 'ਚ ਰਹਿੰਦੀਆਂ ਨੇ ਜਿਹੜੀਆਂ ਇਹਨੂੰ ਵਿਚਾਰਨਾ ਚਾਹੀਦਾ, ਪਰ ਇਹ ਮੇਜਰ ਸਵਾਲ ਦੇ ਤੌਰ 'ਤੇ ਜਦੋਂ ਉੱਭਰਦਾ ਤਾਂ ਉਹ ਬੁਨਿਆਦੀ ਤੌਰ 'ਤੇ ਪਾਲਿਸੀ ਮੇਕਰ ਨੂੰ ਬਰੀ ਕਰਦਾ, ਤਾਂ ਉਹ ਉਸ ਪੋਲੀਟੀਸ਼ੀਅਨ ਨੂੰ ਬਰੀ ਕਰਦਾ ਜਿਹਨੇ ਲੋਕਾਂ ਦਾ ਭਵਿੱਖ ਤਬਾਹ ਕਰਤਾ, ਤਾਂ ਉਹ ਲੋਕਾਂ ਦੇ ਉਸ ਟਾਈਪ ਦੇ ਇੰਟੈਲੈਕਚੁਅਲ ਜਿਹਨੂੰ ਬਰੀ ਕਰਦਾ ਜਿਨ੍ਹਾਂ ਨੇ ਨਹੀਂ ਸੋਚਿਆ ਕਿ ਸਮਾਜ ਦਾ ਬੈਲੈਂਸ ਵਿਕਾਸ ਕਿਸ ਤਰੀਕੇ ਨਾਲ ਹੋ ਸਕਦਾ। ਉਹ ਸਾਰੀਆਂ ਚੀਜ਼ਾਂ ਨੂੰ ਸੋਚਣ ਦਾ ਸਵਾਲ। ਅੱਛਾ ਸਰ, ਜਿਵੇਂ ਹੁਣ ਵੀ ਚਰਚਾ ਚੱਲ ਪੈਂਦੀ ਹੈ, ਨਵਾਂ ਯੁੱਗ ਹੈ, ਨੌਜਵਾਨ ਨੇ, ਜਦੋਂ ਨੌਜਵਾਨ ਕਾਲਜ ਜਾਂ ਸਕੂਲ ਜਾਂਦੇ ਹੋਣਗੇ ਉਹ ਸੋਚਦੇ ਹੋਣਗੇ ਵੀ ਮੇਰੇ ਮਾਂ-ਬਾਪ ਨੇ ਇੰਨੀ ਫੀਸ ਦਿੱਤੀ ਹੈ। ਇੱਕ ਰਾਖਵਾਂ ਕਰਨ ਦਾ ਕੋਟੇ ਵਾਲਾ ਨੌਜਵਾਨ ਆ ਜਾਂਦਾ, ਉਸਦੇ ਪੈਸੇ ਘੱਟ ਹੋ ਜਾਂਦੇ ਨੇ, ਫੀਸਾਂ ਹੁੰਦੀਆਂ ਨੇ, ਫਾਰਮ ਭਰੇ ਜਾਂਦੇ ਨੇ ਨੌਕਰੀਆਂ ਵਾਸਤੇ, ਕੋਟਾ ਹੁੰਦਾ, ਕਈਆਂ ਦੇ ਉੱਤੇ ਪੈਸੇ ਵੀ ਨਹੀਂ ਦੇਣੇ ਪੈਂਦੇ ਰਾਖਵੇਂ ਕਰਨ ਵਾਸਤੇ। ਫਿਰ ਜਦੋਂ ਇੱਕ ਜਨਰਲ ਕੈਟਾਗਰੀ ਦਾ ਸੋਚਦਾ ਹੋਊਗਾ ਵਿਅਕਤੀ ਵੀ ਯਾਰ ਮੈਂ ਪੈਸੇ ਦੇ ਦਿਆਂ, ਵੀ ਉਹ ਪੈਸੇ ਵਿਅਕਤੀ ਨਹੀਂ ਦੇ ਰਿਹਾ, ਫਿਰ ਉੱਥੇ ਜਾ ਕੇ ਵੀ ਕੋਈ ਮਤਭੇਦ ਹੁੰਦਾ ਉਹ ਚੀਜ਼ਾਂ ਵਿੱਚ? ਨਹੀਂ, ਰੌਲਾ ਹੀ ਇਹ ਹੈ ਕਿ ਮਤਭੇਦ ਇੰਨੇ ਕੀ ਹੁੰਦੇ ਨੇ ਨਾ ਫਿਰ ਕਿ ਇੱਕ ਮਾਈਂਡ ਸੈੱਟ ਬਣ ਜਾਂਦਾ। ਉਹ ਜਿਹੜਾ ਗਰੀਬ ਆਦਮੀ ਆ ਉਹਨੂੰ ਉਹ ਗਰੀਬ ਨਾਲ ਕਿਵੇਂ ਲੜਾਇਆ ਜਾਏ। ਜਦੋਂ ਉਹਨੂੰ ਇਹ ਕਹਿ ਦਿੰਦੇ ਨੇ ਵੀ ਆਹ ਬੰਦਾ ਦੇਖ ਲੈ ਘੱਟ ਪੈਸੇ ਦਿੰਦਾ ਤੇਰੇ ਮੁਕਾਬਲੇ, ਉਹ ਸਾਂਝੀ ਲੜਾਈ ਇਹ ਕਿਉਂ ਨਹੀਂ ਲੜਦੇ ਕਿ ਘੱਟੋ ਘੱਟ ਐਜੂਕੇਸ਼ਨ ਫ੍ਰੀ ਹੋਣੀ ਚਾਹੀਦੀ ਹੈ ਸਾਰਿਆਂ ਦੀ, ਜਾਂ ਕੋਈ ਵੀ ਕੈਟਾਗਰੀ ਕੋਈ ਵੀ ਕੈਟਾਗਰੀ ਦਾ। ਸਕੂਲ ਐਜੂਕੇਸ਼ਨ ਤਾਂ ਘੱਟੋ ਘੱਟ ਸਟੇਟ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਹੈਲਥ ਘੱਟੋ ਘੱਟ ਫੰਡਾਮੈਂਟਲ ਰਾਈਟ ਹੋਣਾ ਚਾਹੀਦਾ, ਸਭ ਲਈ ਫ੍ਰੀ ਹੋਣਾ ਚਾਹੀਦਾ ਹੈ। ਜੇਕਰ ਮਿਲ ਕੇ ਵੱਡੀ ਲੜਾਈ ਲੜੀ ਜਾਵੇਗੀ ਤਾਂ ਉਹਦਾ ਫਾਇਦਾ ਸਟੇਟ ਦੀ ਜ਼ਿੰਮੇਵਾਰੀ ਕਿਉਂ ਨਹੀਂ ਹੈ ਕਿ ਸਕੂਲ ਐਜੂਕੇਸ਼ਨ ਫ੍ਰੀ ਹੋਵੇ ਟੋਟਲ। ਤੁਸੀਂ ਬਾਹਰ ਭੇਜਣ ਨੂੰ ਕਹਿੰਦੇ ਹੋ ਕਿ ਮੈਂ 10 ਲੱਖ ਰੁਪਈਆ ਬਿਨਾਂ ਵਿਆਜ ਦੇ ਦੂੰਗਾ ਲੈ ਕੇ, ਕੋਈ ਕਹਿੰਦਾ ਸਰਕਾਰੀ ਸਕੂਲਾਂ 'ਚ ਮੁਫਤ ਆਈਲੈਟਸ ਕਰਵਾ ਦੂੰਗਾ, ਤੇ ਇੱਕ ਪਿਛਲੇ 'ਚ ਤੁਸੀਂ ਕੁੜੀਆਂ ਦੇ ਮਾਮਲੇ ਦੇ ਵਿੱਚ ਜਿੱਤ ਕੇ ਆਏ 2017 ਦੇ ਮੈਨੀਫੈਸਟੋ 'ਚ ਅਮਰਿੰਦਰ ਸਿੰਘ ਕਿ PhD ਤੱਕ ਕੁੜੀਆਂ ਦੀ ਫ੍ਰੀ ਐਜੂਕੇਸ਼ਨ ਹੋਏਗੀ, ਉਹ ਵਾਅਦਾ ਕਿੱਥੇ ਨੇ? ਇਕੱਲੇ ਕੁੜੀਆਂ ਦਾ ਕੁਐਸਚਨ ਨਹੀਂ, ਮਤਲਬ ਜਿਹੜੇ ਵੀ ਬੰਦੇ ਸਾਰੇ ਨੇ, ਜੇਕਰ ਤੁਸੀਂ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦਿਓਗੇ ਔਰ ਕੁਆਲਿਟੀ ਐਜੂਕੇਸ਼ਨ, ਫ੍ਰੀ ਦਾ ਐ ਨਹੀਂ ਹੈ ਕਿ ਉਹ ਸਕੂਲ ਹੈਗਾ ਉੱਥੇ ਵਗ ਜਾ ਕਰੋ ਫ੍ਰੀ ਹੈ। ਫ੍ਰੀ ਦਾ ਮਤਲਬ ਨਹੀਂ, ਫ੍ਰੀ ਐਜੂਕੇਸ਼ਨ ਤਾਂ ਸਗੋਂ ਇਦੋਂ ਉਲਟ ਕੰਮ ਹੈ। ਉਲਟ ਕੰਮ ਇਹ ਹੈ, ਤੁਸੀਂ ਪੰਜਾਬ ਦੇ ਕਾਲਜ ਨੇ ਸਕੂਲ ਤੋਂ ਬਾਅਦ ਵਗ ਗਿਆ, ਗੌਰਮੈਂਟ ਕਾਲਜ ਨੇ, ਪੰਜਾਬ ਦੇ ਟੋਟਲ ਗੌਰਮੈਂਟ ਕਾਲਜਾਂ ਦੇ ਵਿੱਚ ਫੀਸ ਥੋੜ੍ਹੀ ਹੈ। ਮੰਨ ਲਓ ਇੱਕ ਵੀ ਕਾਲਜ ਇਹੋ ਜਿਹਾ ਹੈ ਜਿੱਥੇ PTA ਨਹੀਂ ਲਿਆ ਜਾਂਦਾ। 500 ਤੋਂ ਲੈ ਕੇ 5000 ਰੁਪਏ ਤੱਕ ਸਾਲਾਨਾ PTA ਫੰਡ ਹੈ। ਕਿਸੇ ਵੀ ਦਲਿਤ ਨੂੰ ਮਾਫ ਕੀਤਾ ਜਾਂਦਾ, ਉਹ ਤੋਂ ਘੱਟ ਲਿਆ ਜਾਂਦਾ, ਕਿਸੇ ਵੀ ਦੂਜੇ ਤੋਂ ਮਾਫ ਕੀਤਾ ਜਾਂਦਾ, ਉਹ ਘੱਟ ਲਿਆ ਜਾਂਦਾ। ਇੱਕ ਵੀ ਕਾਲਜ ਦੱਸ ਦਿਓ ਜਿੱਥੇ ਦਲਿਤ ਤੋਂ ਘੱਟ ਲਿਆ ਜਾਂਦਾ, ਦੂਜੇ ਤੋਂ ਵੱਧ ਲਿਆ ਜਾਂਦਾ। ਔਰ ਜਿੰਨਾ 75% ਸਟਾਫ ਹੈ ਉਹ ਗੈਸਟ ਫੈਕਲਟੀ ਤੇ ਅਡਹੌਕ ਹੈ, ਉਹਨਾਂ ਦੀ 21600 ਸੈਲਰੀ ਹੈ, ਉਹ 11600 ਸੈਲਰੀ ਉਹਨਾਂ ਬੰਦਿਆਂ ਦੀ PTA ਫੰਡ 'ਚੋਂ ਦਿੱਤੀ ਜਾਂਦੀ ਹੈ, ਗੌਰਮੈਂਟ ਦੇ ਖਾਤੇ 'ਚੋਂ ਨਹੀਂ ਦਿੱਤੀ ਜਾਂਦੀ। ਉਹ ਆਪਣਾ ਬੋਝ ਖੁਦ ਚੱਕ ਰਹੇ ਨੇ ਗਰੀਬ ਆਦਮੀ ਜਿਹੜੇ ਵੀ ਜਾਂਦੇ ਨੇ ਸਾਰੇ। ਅਮੀਰ ਤਾਂ ਹੁਣ ਕਾਲਜ 'ਚ ਜਾਣੋਂ ਹਟ ਗਿਆ, ਘਟ ਗਿਆ, ਕਿਉਂਕਿ ਉਹ ਤਾਂ ਆਈਲੈਟਸ ਕਰਕੇ ਬਾਹਰ ਜਾਣਾ ਚਾਹੁੰਦਾ। ਇਹ ਸਾਰੇ ਹੀ ਗਰੀਬ ਨੇ। ਇਹ ਕੁਐਸਚਨ ਕਿਉਂ ਨਹੀਂ ਹੈ ਸਾਂਝਾ ਕੁਐਸਚਨ ਕਿ PTA ਕਿਉਂ ਲਾਇਆ, ਕਿਸ ਕਾਨੂੰਨ ਦੇ ਤਹਿਤ ਲਾਇਆ, ਇਹ ਵਲੰਟਰਲੀ ਹੁੰਦਾ ਹੈ, ਲਾਜ਼ਮੀ ਕਿਵੇਂ ਹੋ ਗਿਆ, ਕਿਹੜੇ ਕਾਨੂੰਨ ਦੇ ਤਹਿਤ ਹੋ ਗਿਆ, ਇਹ ਸਭ ਤੋਂ ਬੜਾ ਕੁਐਸਚਨ ਹੈ। ਤੇ ਉਹ ਤਾਂ ਸਾਡੇ ਕੁਐਸਚਨ 'ਚ ਨਹੀਂ ਆਏਗਾ, ਉਹ ਤਾਂ ਮੂਵਮੈਂਟ ਹੀ ਨਹੀਂ ਬਣੇਗੀ ਉਸ ਮਾਮਲੇ ਦੇ ਉੱਤੇ। ਤਾਂ ਇਸ ਕਰਕੇ ਇਹ ਹੈ ਕਿ ਤੁਸੀਂ ਉਹਨੂੰ ਕਹਿਣ ਨੂੰ ਤਾਂ ਦਲਿਤ ਨੂੰ ਜਾਂ ਉਹਨੂੰ ਗਰੀਬ ਨੂੰ ਫ੍ਰੀ ਦੇ ਰਹੇ ਹੋ, ਤੁਸੀਂ ਟਿਊਸ਼ਨ ਫੀਸ ਨਹੀਂ ਜੀ ਮਾਫ ਹੈ, ਲੈ ਲਓ 500 ਰੁਪਏ ਟਿਊਸ਼ਨ ਫੀਸ, ਪਰ PTA 5000 ਲੈ ਰਹੇ ਹੋ ਤੁਸੀਂ, ਕਿਵੇਂ ਮਾਫ ਹੈ? 5000 ਕਿੱਥੋਂ ਲਿਆਏ? ਉਹਦੇ ਕੋਲ ਤਾਂ ਫੀਸ ਹੈ ਨਹੀਂ।
ਤੇ ਫਿਰ ਉਹਨਾਂ ਹੀ ਕਾਲਜਾਂ ਦੇ ਵਿੱਚ ਨਾਲ ਤੁਸੀਂ ਇਹੋ ਜਿਹੇ ਕੋਰਸ ਸਹੂਲਤ ਜਿਹੜੇ ਕਹਿੰਦੇ ਨੇ ਸਵੈ ਚਾਲਿਤ ਨੇ, ਤੇ ਉਹਦੇ ਟੀਚਰਾਂ ਦੀ ਫੰਡ ਵੀ ਤੁਸੀਂ ਵਿਦਿਆਰਥੀਆਂ ਮਤਲਬ ਤਨਖਾਹ ਵੀ ਵਿਦਿਆਰਥੀਆਂ ਨੇ ਦੇਣੀ ਹੈ। ਉਹਦੇ ਤੋਂ ਟੋਟਲ ਪੈਸਾ ਉਹਨਾਂ ਦੇ ਫੀਸ ਹੈ 30-30,000 40-40,000 50-50,000। ਉਹ ਚਾਹੇ ਦਲਿਤ ਚਲਾ ਜਾਏ ਚਾਹੇ ਦੂਜਾ ਚਲਾ ਜਾਏ, ਕੋਈ ਫਰਕ ਨਹੀਂ, ਕੋਈ ਮਾਫੀ ਨਹੀਂ ਹੈ। ਤੁਸੀਂ ਐਜੂਕੇਸ਼ਨ ਦਾ ਪੱਠਾ ਬਿਠਾ ਰਹੇ ਹੋ ਬਾਕੀ ਸਾਰੇ ਮਾਮਲੇ ਦੇ ਵਿੱਚ ਜਾ ਕੇ। ਇਸ ਲਈ ਇੱਕ ਤਾਂ ਉਹ ਸਾਰਾ ਸਵਾਲ ਕਰਨ ਦੀ ਲੋੜ ਹੈ। ਦੂਜਾ ਸਵਾਲ ਇਹ ਕਰਨ ਦੀ ਲੋੜ ਹੈ ਕਿ ਐਜੂਕੇਸ਼ਨ ਕੁਆਲਿਟੀ ਐਜੂਕੇਸ਼ਨ ਇਕੁਅਲ ਐਜੂਕੇਸ਼ਨ, ਔਰ ਮੇਰਾ ਖਿਆਲ ਹੈ ਇਹ ਗੱਲ ਖਤਮ ਹੋ ਜਾਏਗੀ ਜੇ ਸਕੂਲ ਐਜੂਕੇਸ਼ਨ ਦੇ ਵਿੱਚ ਵੱਖ-ਵੱਖ ਵੰਨਗੀਆਂ ਦੀ ਐਜੂਕੇਸ਼ਨ ਖਤਮ ਕਰ ਦਿਓ। ਇਲਾਹਾਬਾਦ ਹਾਈ ਕੋਰਟ ਦੀ ਜੱਜਮੈਂਟ ਹੈ 18 ਅਗਸਤ 2015 ਦੀ, ਤੇ ਇਦੋਂ ਪਹਿਲਾਂ ਸਾਡੇ ਸਾਹਮਣੇ ਸਾਡਾ ਸੰਵਿਧਾਨ 'ਚ ਜੇ ਐਜੂਕੇਸ਼ਨ ਦੇ ਤੌਰ ਤੇ ਇੱਕ ਕਮਿਸ਼ਨ ਬਣਿਆ ਜਿਹੜਾ ਸਭ ਤੋਂ ਜ਼ਰੂਰੀ ਕਿਹਾ ਜਾਂਦਾ 1964 ਦੇ ਵਿੱਚ ਕੋਠਾਰੀ ਕਮਿਸ਼ਨ, ਜਿਹਨੇ 1966 'ਚ ਆਪਣੀ ਰਿਪੋਰਟ ਦਿੱਤੀ। ਇੱਕੋ ਜਿਹਾ ਸਕੂਲ ਦਿੱਤੇ ਬਿਨਾਂ ਤੁਸੀਂ ਬਰਾਬਰੀ ਦੀ ਗੱਲ ਕਰਨ ਫਰਾਡ ਕਰੋਗੇ। ਫਿਰ ਸਾਰੇ ਸਮਾਜ ਦੇ ਬੱਚਿਆਂ ਨੂੰ ਸਕੂਲ ਇੱਕੋ ਜਿਹਾ ਦਿਓ। ਉਹ ਹੈ ਗੁਆਂਢੀ ਸਕੂਲ ਦਾ ਕਨਸੈਪਟ ਕਿ ਚਾਹੇ ਅਮੀਰ ਆਦਮੀ ਹੈ, ਚਾਹੇ ਟੀਚਰ ਹੈ, ਚਾਹੇ ਕੋਈ SDM ਹੈ, ਚਾਹੇ ਕੋਈ DC ਹੈ, ਚਾਹੇ ਕੋਈ ਸਰਪੰਚ ਹੈ, ਚਾਹੇ ਕੋਈ ਗਰੀਬ ਆਦਮੀ ਹੈ, ਉਹਦਾ ਜਿੱਥੇ ਜਿਵੇਂ ਘਰ ਹੈ। ਹੁਣ ਤਾਂ ਖੈਰ ਘਰ ਦੇ ਵਿੱਚ ਵੀ ਪੱਗਾ ਪੈ ਜਾਊਗਾ, ਉਹ ਨਾਰਮਲ ਦਿਨਾਂ ਦੀ ਗੱਲ ਸੀ ਜਦੋਂ ਲੋਕ ਰਹਿੰਦੇ ਸੀ, ਪਰ ਪੈ ਜੇ ਕੋਈ ਨਹੀਂ। ਤੂੰ ਅਮੀਰ ਕਲੋਨੀ 'ਚ ਰਹਿਣਾ ਠੀਕ ਹੈ, ਤੇਰਾ ਬੱਚਾ ਉਸੇ ਅਮੀਰ ਕਲੋਨੀ 'ਚ ਜਿਹੜਾ ਵੀ ਸਕੂਲ ਹੈ ਸਰਕਾਰੀ, ਉਹ 'ਚ ਕਿਉਂ ਨਹੀਂ ਜਾਂਦਾ? ਜੇ ਇਹ ਫਾਰਮੂਲਾ ਲਾਗੂ ਹੋ ਜੇ ਕਿ ਇੱਕੋ ਜਿਹੇ ਸਕੂਲ 'ਚ ਜਾਣਗੇ ਸਭ ਦੇ ਬੱਚੇ, ਤਾਂ ਉਹ ਟੋਟਲ ਸਕੂਲ ਦੀ ਐਜੂਕੇਸ਼ਨ ਕੁਆਲਿਟੀ ਐਜੂਕੇਸ਼ਨ ਬਣ ਜਾਊਗੀ। ਜਦੋਂ ਵੱਡੇ ਬੰਦਿਆਂ ਦੇ ਬੱਚੇ ਜਾਂਦੇ ਨੇ ਤਾਂ ਟੀਚਰ ਵੀ ਪੜ੍ਹਾਉਂਦਾ ਹੈ, ਤਾਂ ਜਵਾਬਦੇਹੀ ਵੀ ਹੁੰਦੀ ਹੈ। ਉਸੇ 'ਚੋਂ ਵੱਡੇ ਬੰਦੇ ਬਣੇ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ, ਕੋਈ ਨਵੇਂ ਨਹੀਂ ਬਣੇ। ਅਸੀਂ ਉਹ ਬੁਨਿਆਦੀ ਪਹਿਲੂ 'ਤੇ ਗੱਲ ਨਹੀਂ ਕਰਦੇ ਕਿ ਇੱਕੋ ਜਿਹੀ ਐਜੂਕੇਸ਼ਨ ਕਿਉਂ ਨਹੀਂ ਹੈ। ਉਹਦੇ 'ਤੇ ਉਹ ਸਾਰੇ ਲੋਕ ਜਿਹੜੇ ਨੌਕਰੀਆਂ ਦਾ ਲਾਹਾ ਲੈ ਰਹੇ ਨੇ ਜਨਰਲ ਰੂਪ ਦੇ ਵਿੱਚ ਜਾਂ ਕਿਸੇ ਰੂਪ ਦੇ ਵਿੱਚ ਜਾ ਕੇ, ਉਹ ਇਹ ਆਵਾਜ਼ ਨਹੀਂ ਉਠਾਉਣਗੇ, ਕਿਉਂਕਿ ਉਹਨੂੰ ਲੱਗਦਾ ਕਿ ਮੇਰੇ ਕੋਲ ਤਾਂ ਉਨੇ ਕੁ ਸਕੂਲ ਨੇ, ਫਿਰ ਤਾਂ ਇਹ ਵੀ ਕੰਪੀਟੀਸ਼ਨ 'ਚ ਆ ਜਾਣਗੇ ਜਿਹੜੇ ਪਛੜੇ ਹੋਏ ਬੰਦੇ ਨੇ, ਐਵੇਂ ਵਾਧੂ ਦੇ ਵੱਧ ਗਰੀਬ ਆਦਮੀ ਵੀ ਆ ਜਾਊਗਾ ਕੰਪੀਟੀਸ਼ਨ 'ਚ। ਹੁਣ ਸਰਕਾਰੀ ਸਕੂਲਾਂ 'ਚ ਬੱਚਾ ਕੌਣ ਹੈ? ਪੰਜਾਬ ਦੇ ਸਰਕਾਰੀ ਸਕੂਲਾਂ 'ਚ ਲਗਭਗ 77% ਦਲਿਤ ਦਾ ਬੱਚਾ ਹੈ, ਤੇ ਬਾਕੀ ਜਿਹੜੇ ਬੱਚੇ ਨੇ 23% ਉਹ ਗਰੀਬ ਬੱਚਾ ਹੈ, ਕਿਸਾਨ ਦਾ, ਮਜ਼ਦੂਰ ਦਾ, ਬਾਕੀ ਦਾ। ਉਹ ਬਾਕੀ ਗਰੀਬਾਂ ਦੇ ਬੱਚੇ ਨੇ। ਜੇ ਗਰੀਬਾਂ ਨਾਲ ਹਮਦਰਦੀ ਹੈ, ਜਿਹਦੇ ਲਈ ਰਿਜ਼ਰਵੇਸ਼ਨ ਮੰਗਦੇ ਹੋ ਕਿ ਉਹ ਗਰੀਬ ਬੰਦੇ ਨੂੰ ਵੀ ਰਿਜ਼ਰਵੇਸ਼ਨ ਮਿਲੇ, ਤਾਂ ਉਹਨਾਂ ਦੇ ਬੱਚੇ ਤੇ ਤੁਹਾਡੇ ਬੱਚਿਆਂ ਦੇ ਸਕੂਲ ਵੀ ਬਰਾਬਰ ਕਰੋ, ਇੱਕੋ ਜਿਹੇ ਸਕੂਲ ਲਿਆਓ। ਤੇ ਇਹ ਤੋਂ ਬਾਅਦ ਬਿਲਕੁਲ ਇਹ ਗੱਲ ਠੀਕ ਹੈ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਜਿਹੜਾ ਗਰੀਬੀ ਦੇ ਤੌਰ ਤੇ ਵੀ ਪਛੜਿਆ ਹੋਇਆ ਉਹਨੂੰ ਵੀ ਨਾਲ ਰਲਾਉਣ ਲਈ ਜੇ ਕੋਈ ਸਪੈਸ਼ਲ ਰਿਆਇਤ ਦਿੱਤੀ ਜਾਂਦੀ ਹੈ, ਕੋਈ ਮਾੜੀ ਗੱਲ ਨਹੀਂ, ਔਰ ਹੋਣੀ ਚਾਹੀਦੀ ਹੈ। ਔਰ ਪਰ ਨਾਲ ਦੀ ਨਾਲ ਇੱਕ ਸਮਾਜ ਦੇ ਵਿੱਚ ਰੁਤਬਾ ਦੇਖੋ, ਇੱਕ ਪੰਡਤ ਹੈ, ਬ੍ਰਾਹਮਣ ਹੈ, ਗਰੀਬ ਹੋਵੇ ਬਹੁਤ, ਪਰ ਉਹਨੂੰ ਸੰਬੋਧਨ ਪੰਡਤ ਜੀ ਨਾਲ ਹੁੰਦਾ ਹੈ। ਕਿਸੇ ਦਲਿਤ ਚੰਗੇ ਭਲਿਆ ਜਿਹੜਾ ਪੋਸਟ ਤੇ ਵੀ ਲੱਗਿਆ ਹੋਇਆ, ਉਹਨੂੰ ਸੰਬੋਧਨ ਕਿਵੇਂ ਹੁੰਦਾ ਤੁਸੀਂ ਦੇਖ ਸਕਦੇ ਹੋ। ਇੱਕ ਬਾਇਸ ਉਸ ਲੈਵਲ ਤੇ ਦੇਖ ਸਕਦੇ ਹੋ। ਚੰਗੇ ਭਲੇ ਮੰਤਰੀ ਦੇ ਵਿੱਚ ਵੀ ਜਦ ਜਨਰਲ ਤੇ ਦਲਿਤ ਮੰਤਰੀ ਨਾਲ ਕੀ ਹੁੰਦਾ ਉਹ ਵੀ ਦੇਖ ਸਕਦੇ ਹੋ। ਮਤਲਬ ਸਮਾਜਿਕ ਵਿਤਕਰਾ ਜਿਹੜਾ ਹੈ ਉਹ ਇਕੱਲੇ ਇਕਨੋਮਿਕ ਵਿਤਕਰੇ ਦੀ ਗੱਲ ਦੇ ਨਾਲ ਪੂਰਾ ਨਹੀਂ ਹੋ ਜਾਂਦਾ। ਇਕੱਲਾ ਉਸ ਕਨਸੈਪਟ ਨੂੰ ਸਮਝਣ ਦੀ ਲੋੜ ਹੈ। ਤੇ ਗਰੀਬ ਦੇ ਨਾਲ ਜਿਹੜਾ ਜਨਰਲ ਕਾਸਟ ਦਾ ਉਹਦੇ ਨਾਲ ਆਰਥਿਕ ਵਿਤਕਰਾ, ਉਹ ਆਰਥਿਕ ਤੌਰ ਤੇ ਪਛੜ ਗਿਆ, ਪਰ ਉਹ ਸਮਾਜਿਕ ਵਿਤਕਰੇ ਦਾ ਉਸ ਲੈਵਲ ਦਾ ਸਤਿਕਾਰ ਨਹੀਂ ਹੈ। ਉਹਦੇ ਆਰਥਿਕ ਵਿਤਕਰੇ ਦੇ ਵਿੱਚ ਉਹਦੀ ਮਦਦ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਲਿਆਓ। ਜਿਵੇਂ ਔਰਤਾਂ ਪਛੜ ਗਈਆਂ 33% ਰਾਖਵੇ ਕਰਨ ਦੀ ਗੱਲ ਹੁੰਦੀ ਹੈ ਪੋਲੀਟੀਕਲੀ ਕਿ ਲੈ ਕੇ ਆਓ, ਤੇ ਪਰ ਹੁਣ ਕੁੜੀਆਂ ਪੜ੍ਹਨ ਲੱਗ ਗਈਆਂ ਨੇ। ਨੌਕਰੀਆਂ ਦੇ ਵਿੱਚ ਤਾਂ ਕੁੜੀਆਂ ਨੂੰ 50% ਦੀ ਲੋੜ ਨਹੀਂ, ਉਹ ਆਉਂਦੀਆਂ ਹੀ 70% ਕੁੜੀਆਂ ਨੇ। ਹੁਣ ਜਿੰਨਾ ਮਰਜ਼ੀ ਤੁਸੀਂ ਦੇਖ ਲਓ, ਸਾਰੇ ਟੌਪ ਦੇ ਐਗਜ਼ਾਮ ਜੇ ਬਹੁਤ ਸਾਰੀਆਂ 'ਚ ਕੁੜੀਆਂ ਆਉਣ ਲੱਗ ਗਈਆਂ ਨੇ ਜਦੋਂ ਲੋਕ ਪੜ੍ਹਾਉਣਾ ਸ਼ੁਰੂ ਕਰਤਾ ਉਸ ਪੱਧਰ ਦੇ ਉੱਤੇ। ਹਾਂ, ਕੁਝ ਖੇਤਰ ਹੈਗੇ ਨੇ, ਚਾਹੇ ਉਹ ਪੁਲਿਸ ਦਾ ਖੇਤਰ ਹੈ, ਉਹ ਫੌਜ ਦਾ ਖੇਤਰ ਹੈ, ਉਹ ਕੁਝ ਹੋਰ ਸਟ੍ਰੈਟਜੀਕਲ ਖੇਤਰ ਨੇ ਜਿੱਥੇ 50% ਕੁੜੀਆਂ ਦੀ ਆਮਦ ਜ਼ਰੂਰ ਚਾਹੀਦੀ ਹੈ। ਉਹ ਤੁਸੀਂ ਨਹੀਂ ਕੱਢਦੇ। ਜੇ ਕੱਢੋਗੇ ਤਾਂ ਪ੍ਰੋਪਰ ਆ ਜਾਊਗੀ, ਉਹਦੇ ਵਿੱਚ ਆਪਣੇ ਆਪ ਆ ਜਾਊਗੀ। ਤੁਸੀਂ ਉਹਨਾਂ ਨੂੰ ਪਰੇ ਰੱਖਿਆ ਹੋਇਆ। ਸੋ ਟੋਟਲ ਔਨ ਦੀ ਹੋਲ ਸੁਸਾਇਟੀ ਦਾ ਸਵਾਲ ਹੈ, ਜਾਤ ਹੈ, ਲਿੰਗ ਹੈ, ਗਰੀਬੀ ਹੈ, ਬਾਕੀ ਹੈ, ਉਹਨੂੰ ਨਾਲ ਰੱਖਦੇ ਹੋਏ ਪਰ ਓਵਰਆਲ ਇੱਕ ਸਿਧਾਂਤ ਬਦਲਣ ਦੀ ਅਪਰੋਚ ਦੀ ਬਦਲਣ ਦੀ ਲੋੜ ਹੈ। ਅੱਛਾ ਸਰ, ਮੇਰਾ ਇੱਕ ਹੋਰ ਸਵਾਲ ਹੈ ਕਿ ਜੇ ਆਪਾਂ ਪ੍ਰਾਈਵੇਟ ਕਰਨ ਦੀ ਗੱਲ ਕਰੀਏ, ਅੱਜ ਰਾਖਵੇਕਰਨ ਨੂੰ ਲੈ ਕੇ ਆਪਾਂ ਦੇਖਦੇ ਹਾਂ ਵੀ ਇਸ਼ਤਿਹਾਰ ਵੀ ਚੱਲਦੇ ਨੇ, ਨੌਕਰੀਆਂ ਵੀ ਹੁੰਦੀਆਂ ਨੇ। ਜੇ ਕੱਲ੍ਹ ਨੂੰ ਸਾਰਾ ਪ੍ਰਾਈਵੇਟਕਰਨ ਹੋ ਗਿਆ ਫਿਰ ਰਾਖਵਾਂਕਰਨ ਕਿੱਥੇ ਜਾਊਗਾ? ਫਿਰ ਮਿਲੂਗਾ ਰਾਖਵਾਂਕਰਨ? ਇਹ ਚੀਜ਼ ਸਮਝਣ ਦੀ ਲੋੜ ਹੈ। ਜੇ ਕਿਸਾਨ ਲੜਾਈ ਲੜਦੇ ਨੇ ਬੈਠ ਕੇ ਇਸ ਸਮੇਂ ਵੀ ਪ੍ਰਾਈਵੇਟਕਰਨ ਕਿਉਂ, ਜੇ ਪ੍ਰਾਈਵੇਟਕਰਨ ਹੋ ਜਾਂਦਾ ਫਿਰ ਤਾਂ ਸਾਰੇ ਇੱਕ ਕੈਟਾਗਰੀ 'ਚ ਆ ਗਏ ਨਾ। ਫਿਰ ਤੁਸੀਂ ਸਮਾਜ ਵਿੱਚ ਤਾਂ ਭੇਦਭਾਵ ਕਰ ਸਕਦੇ ਹੋ ਲੋਕਾਂ ਦੇ ਨਾਲ, ਉਹ ਪ੍ਰਾਈਵੇਟਕਰਨ ਨੂੰ ਫਿਰ ਕਿਵੇਂ ਜਾ ਕੇ ਤੁਸੀਂ ਉਹ ਚੀਜ਼ਾਂ ਤੋੜਨਗੇ? ਜਾਂ ਪ੍ਰਾਈਵੇਟਕਰਨ ਨੂੰ ਕਿਵੇਂ ਸਮਝਾਇਆ ਜਾਊਗਾ ਵੀ ਅਸੀਂ SC BC ਦੇ ਕੈਟਾਗਰੀ ਦੇ ਹੈਗੇ ਹਾਂ, ਸਾਨੂੰ ਪਹਿਲਾਂ ਨੌਕਰੀ ਦਿਓ? ਉਹ ਤਾਂ ਚੀਜ਼ ਉੱਥੇ ਹੋਣੀ ਨਹੀਂ ਹੋ। ਨਹੀਂ, ਇਕੱਲਾ ਉਹਨਾਂ ਦਾ ਸਵਾਲ ਨਹੀਂ ਹੈ। ਜੇ ਸਭ ਕੁਝ ਪ੍ਰਾਈਵੇਟ ਹੋ ਜਾਂਦਾ, ਸਾਰੀਆਂ ਚੀਜ਼ਾਂ ਜਿਵੇਂ ਚੱਲ ਰਿਹਾ, ਖੇਤੀ 'ਤੇ ਵੀ ਉਹਨਾਂ ਦਾ ਕਬਜ਼ਾ ਹੋ ਜਾਂਦਾ, ਇੰਡਸਟਰੀ 'ਤੇ ਉਹਨਾਂ ਦਾ ਕਬਜ਼ਾ ਹੋ ਚੁੱਕਿਆ, ਬਾਕੀ ਹੈ
ਕੋਈ ਨੌਕਰੀ ਪੈਦਾ ਨਹੀਂ ਹੋਣੀ। ਜਨਰਲ ਐਸਸੀ ਜਾਂ ਜਨਰਲ ਕਾਸਟ, ਜੇ ਉਹ ਕਾਸਟ ਕੂਸਟ ਦਾ ਫੈਕਟ ਜਿਹੜਾ 1% ਬਨਾਮ 99% ਦਾ ਹੈ। ਛੋਟਾ ਵਪਾਰੀ ਉੱਜੜ ਜਾਂਦਾ ਹੈ। ਪ੍ਰਾਈਵੇਟ ਟੋਟਲ ਵੱਡੇ ਮਾਲ ਨੂੰ, ਪ੍ਰਾਈਵੇਟ ਵੀ ਇੱਕ ਗੱਲ ਨਹੀਂ, ਇੱਕ ਤਾਂ ਪ੍ਰਾਈਵੇਟ 'ਚ ਛੋਟੇ ਧੰਦੇ ਨੇ, ਜਿਵੇਂ ਖੇਤੀ ਵੀ ਪ੍ਰਾਈਵੇਟ ਧੰਦਾ ਹੀ ਹੈ। ਜੇ ਆਪਣੀ ਜ਼ਮੀਨ ਹੈ ਤੁਹਾਡੀ, ਤੁਸੀਂ ਓਨਰ ਹੋ, ਇਹ ਪ੍ਰਾਈਵੇਟ ਹੈ। ਜਿਹੜੇ ਦੁਕਾਨਾਂ ਛੋਟੀਆਂ ਕਰੀ ਬੈਠੇ ਨੇ ਪ੍ਰਾਈਵੇਟ ਨੇ। ਪ੍ਰਾਈਵੇਟ ਦਾ ਕੱਲੇ ਦਾ ਕੁਐਸਚਨ ਨਹੀਂ, ਪ੍ਰਾਈਵੇਟ ਦੇ ਨਾਲ ਜਿਹੜਾ ਕਮਰਸ਼ੀਅਲ ਹੈ, ਵਪਾਰ ਹੈ, ਵਪਾਰਕ ਪਹਿਲੂ ਆ, ਉਹ ਜ਼ਿਆਦਾ ਵੱਡਾ ਸਵਾਲ ਹੈ। ਔਰ ਜੇ ਵਪਾਰਕ ਤੌਰ ਤੇ ਤੁਸੀਂ ਅਪਰ ਲਿਮਟ ਨਹੀਂ ਲਾਉਂਦੇ, ਤੁਸੀਂ ਕਹਿੰਦੇ ਹੋ ਮਾਲਜ ਬਣ ਰਹੀਆਂ ਨੇ, ਮੋਹਾਲੀ ਤੇ ਆਲੇ ਦੁਆਲੇ ਸਾਰੇ ਕਿਤੇ ਬਣ ਰਹੀਆਂ ਨੇ ਮਾਲਜ ਨੇ। ਔਰ ਇਹ ਵਾਲਮਾਰਟ ਦੇ ਇੱਕ ਸਰਵੇ ਹੈ। ਵਾਲਮਾਰਟ ਜਿਹੜੀ ਸਭ ਤੋਂ ਬੜੀ ਕੰਪਨੀ ਹੈ ਜਿਹੜੀਆਂ ਮੌਲਾਂ ਬਣਾਉਣ ਦੇ ਵਿੱਚ ਦੁਨੀਆ ਦੀ, ਤੇ ਜਿੱਥੇ ਉਹਦਾ ਇੱਕ ਮਾਲ ਬਣਦੀ ਹੈ, ਉਹਦਾ ਸਰਵੇ ਸੀ ਕਿ 1700 ਤੋਂ ਲੈ ਕੇ 1800 ਦੁਕਾਨ ਬੰਦ ਹੁੰਦੀ ਹੈ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਜਿੰਨੇ ਕੁ ਮੁਲਾਜ਼ਮ ਉਹ ਮਾਲ ਰੱਖਦਾ ਹੈ ਔਰ ਜਿਸ ਤਰੀਕੇ ਦੇ ਨਾਲ ਉਹਨੂੰ ਤਨਖਾਹ ਦਿੱਤੀ ਜਾਂਦੀ ਹੈ, ਜਿਹੋ ਜਿਹਾ ਉਹ ਤੋਂ ਕੰਮ ਲਿਆ ਜਾਂਦਾ ਹੈ, ਉਹਦੇ ਮੁਕਾਬਲੇ 1800 ਬੰਦੇ ਦੀ ਆਪਣੀ ਦੁਕਾਨ ਹੈ, ਉਹ ਦੁਕਾਨ 'ਚ 3-4 ਬੰਦੇ ਕੰਮ ਕਰਦੇ ਨੇ, ਉਹਨਾਂ ਦਾ ਜੀਵਨ ਕਿਹੋ ਜਿਹਾ ਤੇ ਉਹਦਾ ਜੀਵਨ ਕਿਹੋ ਜਿਹਾ, ਕਿੰਨਾ ਰੁਜ਼ਗਾਰ ਡਾਊਨ ਚਲਾ ਜਾਊ, ਕਿੰਨਾ ਰੁਜ਼ਗਾਰ ਘਟ ਜਾਊਗਾ ਉਸ ਫੀਲਡ ਦੇ ਵਿੱਚ ਵੀ। ਇਹ ਲੜਾਈ ਕਿਸਾਨਾਂ ਦੀ ਨਹੀਂ ਹੈ, ਉਹ ਵਪਾਰੀ ਨੂੰ ਵੀ ਤਾਂ ਲੜਨਾ ਚਾਹੀਦਾ ਕਿਉਂਕਿ ਮਾਲ ਕਲਚਰ ਤੁਹਾਡੀ ਰੋਟੀ ਵੀ ਖੋ ਰਿਹਾ। ਤੇ ਇਸੇ ਤਰ੍ਹਾਂ ਸਭ ਦਾ ਸਵਾਲ ਹੈ, ਜੇ 1% 99% ਦਾ ਮਤਲਬ ਹੈ ਤਾਂ ਵੱਡੀ ਆਬਾਦੀ ਭੁੱਖ ਨਾਲ ਮਰੂਗੀ, ਖੁਰਾਕੀ ਦੰਗੇ ਵੀ ਹੋਣਗੇ, ਵੱਖ-ਵੱਖ ਲੋਕਾਂ ਦਾ ਜੀਣਾ ਦੁੱਭਰ ਹੋ ਜਾਊਗਾ ਸਾਰੇ ਲੋਕਾਂ ਦਾ। ਇਸੇ ਕਰਕੇ ਇੱਕ ਓਵਰਆਲ ਮਾਡਲ ਦੇ ਖਿਲਾਫ ਲੜ ਕੇ ਇੱਕ ਇਨਸਾਫ ਪਸੰਦ ਮਾਡਲ ਲਈ ਲੜਨਾ ਪਊਗਾ। ਜਿਹੜੀਆਂ ਛੋਟੀਆਂ ਲੜਾਈਆਂ ਦੀ ਬਜਾਏ, ਆਪਸ ਦੇ ਵਿੱਚ ਲੜਾਈਆਂ ਦੀ ਬਜਾਏ ਵੱਡੀ ਲੜਾਈ ਦੇ ਵੱਲ ਸੇਧਤ ਹੋਣ ਦੀ ਲੋੜ ਹੈ ਅਸਲ 'ਚ। ਠੀਕ, ਸਾਰੀ ਗੱਲ ਬਸ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਹਮੀਦ ਸਿੰਘ। ਇੰਟਰਵਿਊ ਤਾਂ ਕੀਤਾ ਗਿਆ, ਸਮਝਾਉਣ ਦੀ ਕੋਸ਼ਿਸ਼ ਕੀਤੀ ਇਸ ਇੰਟਰਵਿਊ ਰਾਹੀਂ ਵੀ ਰਾਖਵਾਂਕਰਨ ਕਿਵੇਂ ਹੋਇਆ, ਕਿਉਂ ਆਇਆ, ਰਾਖਵਾਂਕਰਨ ਕਹਿੰਦੇ ਕਿਹਨੂੰ ਨੇ। ਇੱਕ ਸਮਾਜ ਸੀ, ਜਦੋਂ ਸਨ 47 ਤੋਂ ਪਹਿਲਾਂ ਦੀ ਗੱਲ ਕਰੀਏ, ਉਸ ਨੂੰ ਬਰਾਬਰੀ ਤੇ ਲੈ ਕੇ ਆਉਣਾ ਸੀ, ਇਸ ਕਰਕੇ ਰਾਖਵਾਂਕਰਨ ਦੀ ਇਹ ਗੱਲ ਚੱਲਦੀ ਹੈ। ਤੇ ਉਸ ਤੋਂ ਬਾਅਦ ਲੀਡਰਾਂ ਨੇ ਕਿਹਾ ਵੀ 47 ਤੋਂ ਬਾਅਦ ਵੀ 10 ਸਾਲ ਵਿੱਚ ਰਾਖਵਾਂਕਰਨ ਖਤਮ ਕਰ ਦਾਂਗੇ, ਪਰ 75 ਸਾਲ ਹੋ ਗਏ ਨੇ, ਰਾਖਵਾਂਕਰਨ ਹੁਣ ਤੱਕ ਵੀ ਨਹੀਂ ਖਤਮ ਕੀਤਾ ਗਿਆ। ਇਹ ਕਿਤੇ ਨਾ ਕਿਤੇ ਕਿ ਵਾਕਈ ਸਿਆਸੀ ਰੋਟੀਆਂ ਵੀ ਉਸ ਉੱਪਰ ਸੇਕੀ ਜਾਂਦੀਆਂ ਨੇ। ਤਾਂ ਦੂਸਰੇ ਪਾਸੇ ਕੋਈ ਗਰੀਬ ਵਿਅਕਤੀ ਹੈ ਕਿ ਵਾਕਈ ਉਸ ਨੂੰ ਸਕੂਲ ਵਿੱਚ ਦਾਖਲਾ ਨਹੀਂ ਮਿਲਦਾ, ਉਹਦੇ ਕੋਲ ਪੈਸੇ ਨਹੀਂ ਹੁੰਦੇ, ਕਿ ਸਰਕਾਰ ਇਸ ਉੱਪਰ ਵੀ ਸੋਚੂਗੀ, ਚਾਹੇ ਉਹ ਕਿਸੇ ਵੀ ਜਾਤ ਨਾਲ ਸੰਬੰਧਿਤ ਹੈ, ਚਾਹੇ ਉਹ ਜਨਰਲ ਹੈ, ਚਾਹੇ OBC ਹੈ, ਚਾਹੇ BC ਹੈ, ਨੌਕਰੀ ਦਾ ਹੱਕਦਾਰ ਉਹ ਵੀ ਸਰਕਾਰੀ ਸਹੂਲਤਾਂ ਲੈਣ ਦਾ ਹੱਕਦਾਰ ਹੈ। ਕਿ ਸਰਕਾਰ ਆਪਦੇ ਵੱਲੋਂ ਕੋਈ ਖਾਸ ਜੋ ਉਸ ਗਰੀਬ ਵਿਅਕਤੀ ਨੂੰ ਕੋਈ ਸਹੂਲਤ ਦੇਗੀ, ਪੜ੍ਹਨ ਪੱਖੋਂ, ਆਰਥਿਕ ਪੱਖੋਂ, ਜਾਂ ਇੱਕ ਜੀਵਨ ਜੀਣ ਵਾਸਤੇ ਜੋ ਜ਼ਰੂਰਤਾਂ ਦੀ ਚੀਜ਼ਾਂ ਹੁੰਦੀਆਂ ਨੇ, ਕਿ ਸਰਕਾਰ ਉਸ ਨੂੰ ਮੁਹੱਈਆ ਕਰਾਵੇਗੀ। ਇਹ ਵੀ ਸਵਾਲ ਹੈ। ਤਾਂ ਜੇ ਕੱਲ੍ਹ ਨੂੰ ਸਭ ਕੁਛ ਹੀ ਪ੍ਰਾਈਵੇਟਕਰਨ ਹੋ ਜਾਂਦਾ, ਫਿਰ ਕੌਣ ਕਹੂਗਾ ਕਿ ਮੈਂ SC ਹਾਂ, ਮੈਂ BC ਹਾਂ, ਮੈਨੂੰ ਨੌਕਰੀ ਦਿਓ। ਉਸ ਉੱਪਰ ਫਿਰ ਤੁਹਾਨੂੰ ਪੜ੍ਹਾਈ ਦੇ ਆਧਾਰ ਉੱਤੇ, ਸਟੱਡੀ ਦੇ ਆਧਾਰ ਉੱਤੇ, ਜਾਂ ਸਿਫਾਰਿਸ਼ ਦੇ ਆਧਾਰ ਉੱਤੇ ਹੀ ਨੌਕਰੀ ਮਿਲਣੀ ਹੈ। ਇਹ ਸਮਝਣ ਦੀ ਲੋੜ ਹੈ। ਪ੍ਰਾਈਵੇਟਕਰਨ ਆ ਗਿਆ, ਸ਼ਾਇਦ ਤੁਸੀਂ ਨੌਕਰੀ ਵੀ ਬਹੁਤ ਔਖੀ ਕਰ ਪਾਓਗੇ।